ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਦੋ ਮਸਲੇ ਬੜੇ ਭਖਦੇ ਪਏ ਨੇ ਪੰਜਾਬ ਦੇ ਵਿੱਚ। ਇੱਕ ਤਾਂ ਇਹ ਕਿ ਜੋ ਬਾਹਰ ਨੂੰ ਪ੍ਰਵਾਸ ਕਰਦੇ ਨੇ ਪੰਜਾਬੀ, ਤਾਂ ਇਹ ਸੋਚਣ ਲੱਗੇ ਨੇ ਕਿ ਵੱਖ-ਵੱਖ ਮੁਲਕ ਕਿੱਦਾਂ ਦੀ ਪਾਲਿਸੀ ਅਪਣਾ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ। ਹੋਰ ਜ਼ਿਆਦਾ ਪ੍ਰਵਾਸੀ ਜਾ ਸਕਦੇ ਨੇ, ਰੋਕਥਾਮ ਹੋ ਸਕਦੀ ਹੈ, ਉੱਥੇ ਰਹਿ ਰਹੇ ਪ੍ਰਵਾਸੀਆਂ ਨਾਲ ਕਿੱਦਾਂ ਦਾ ਵਤੀਰਾ ਹੁੰਦਾ ਹੈ, ਰੇਸਿਜ਼ਮ ਨੂੰ ਲੈ ਕੇ ਕੀ ਚੱਲ ਰਿਹਾ ਹੈ, ਟੈਕਸਿਸ ਕਿੱਥੋਂ ਤੱਕ ਅਸੀਂ ਦਿੰਦੇ ਪਏ ਹਾਂ, ਕਿੱਥੋਂ ਤੱਕ ਅਸੀਂ ਸੱਤਾ ਦੇ ਵਿੱਚ ਕਾਬਜ਼ ਹਾਂ ਵੱਡੇ ਵੱਡੇ ਅਹੁਦਿਆਂ 'ਤੇ ਆ ਕੇ। ਕਿਉਂਕਿ ਜਦੋਂ ਵੀ ਪੰਜਾਬ ਦੇ ਕਿਸੇ ਵੀ ਪਿੰਡ ਦਾ ਬੰਦਾ ਕਿਸੇ ਵੱਡੇ ਅਹੁਦੇ 'ਤੇ ਪਹੁੰਚਦਾ ਕਿਸੇ ਬਾਹਰ ਦੇ ਮੁਲਕ ਦੇ ਵਿੱਚ, ਤਾਂ ਇੱਥੇ ਉਹਦੇ ਆਪਣੇ ਪਿੰਡ ਭੰਗੜਾ ਪੈਂਦਾ, ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਕਿ ਸਾਡਾ ਬੰਦਾ ਬੜਾ ਕਾਮਯਾਬ ਹੋਇਆ। ਵਾਕਈ ਖੁਸ਼ੀ ਦੀ ਗੱਲ ਹੁੰਦੀ ਹੈ, ਪਰ ਕਿਤੇ ਨਾ ਕਿਤੇ ਨਾਮੋਸ਼ੀ ਵੀ ਹੁੰਦੀ ਜਦੋਂ ਕਈ ਇੱਦਾਂ ਦੀਆਂ ਖਬਰਾਂ ਸਾਨੂੰ ਮਿਲਦੀਆਂ ਨੇ ਕਿ ਉੱਥੇ ਕੋਈ ਗਲਤ ਕਾਰਾ ਕੀਤਾ ਸਾਡੇ ਪੰਜਾਬੀਆਂ ਨੇ, ਉਸ ਕਰਕੇ ਉੱਥੋਂ ਦੀ ਸਰਕਾਰ ਚੁਕੰਨੀ ਹੈ ਅਤੇ ਅੱਗੇ ਵਾਸਤੇ ਪਾਲਿਸੀਜ਼ ਦੇ ਵਿੱਚ ਬਦਲਾਵ ਕਰਨ ਜਾ ਰਹੀ ਹੈ। ਖਾਸ ਕਰਕੇ ਪ੍ਰਵਾਸੀਆਂ ਨੂੰ ਜਦੋਂ ਬਾਹਰ ਦੇ ਮੁਲਕ ਤੋਂ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਆਪਣੇ ਮੁਲਕ ਦੇ ਵਿੱਚ, ਉਦੋਂ ਦੇਖੋ ਅਸੀਂ ਵੀ ਇਹਤਿਆਤ ਰੱਖਾਂਗੇ। ਜਦੋਂ ਕੋਈ ਬਾਹਰੇ ਮੁਲਕ ਤੋਂ ਸਾਡੇ ਮੁਲਕ ਦੇ ਵਿੱਚ ਆ ਕੇ ਵੱਸਦਾ ਹੈ ਅਤੇ ਉਹਦੇ ਬਾਰੇ ਪੂਰੀ ਛਾਨਬੀਨ ਪੂਰੀ ਤਹਿਕੀਕਾਤ ਅਸੀਂ ਕਰਦੇ ਹਾਂ ਤਾਂ ਕਿ ਸਾਡੇ ਮੁਲਕ ਦੇ ਵਿੱਚ ਕੋਈ ਗੜਬੜ ਨਾ ਹੋਵੇ। ਠੀਕ ਉਸੇ ਤਰ੍ਹਾਂ ਬਾਹਰਲੇ ਮੁਲਕ ਵੀ ਆਪਣੀ ਪੂਰੀ ਤਹਿਕੀਕਾਤ ਕਰਦੇ ਨੇ। ਇੱਕ ਤਾਂ ਇਹ ਮਸਲਾ ਬਹੁਤ ਚੱਲਦਾ ਪਿਆ, ਪ੍ਰਵਾਸੀ ਭਾਈਚਾਰਾ ਖਾਸ ਤੌਰ 'ਤੇ ਸੋਚਦਾ ਇਸ ਬਾਰੇ। ਦੂਜੀ ਕਥਾ ਇਹ ਚੱਲਦੀ ਪਈ ਹੈ ਕਿ ਇਕੋਨਮੀ ਦਾ ਕੀ ਹਾਲ ਹੈ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਜਿਹੜੇ ਮਾਹਿਰ ਨੇ, ਇਕੋਨੋਮਿਸਟ ਨੇ, ਉਹ ਇਹ ਮੰਨਦੇ ਨੇ ਕਿ ਆਉਣ ਵਾਲਾ ਸਾਲ ਸਨ 2023 ਆਰਥਿਕ ਮੰਦੀ ਲੈ ਕੇ ਆ ਰਿਹਾ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ। ਸਾਡੇ ਭਾਰਤ ਵਾਸਤੇ ਖਤਰੇ ਦੀ ਘੰਟੀ, ਅਲਾਰਮ ਕਿਹਾ ਗਿਆ ਹੈ ਕਿ ਸਾਨੂੰ ਖਾਸ ਤੌਰ 'ਤੇ ਚੁਕੰਨੇ ਰਹਿਣਾ ਚਾਹੀਦਾ, ਕਿਉਂਕਿ ਸਾਡਾ ਜਿਹੜਾ ਰੁਪਈਆ ਹੈ ਡਾਲਰ ਦੇ ਮੁਕਾਬਲੇ ਦੇ ਵਿੱਚ ਕਾਫੀ ਜ਼ਿਆਦਾ ਡਿੱਗਦਾ ਪਿਆ। ਔਰ ਜਿੱਥੋਂ ਤੱਕ ਅਮਰੀਕਾ ਦਾ ਸਵਾਲ ਹੈ, ਇੱਥੇ ਵੀ ਜਿਹੜੇ ਐਕਸਪਰਟ ਨੇ ਕਹਿ ਰਹੇ ਨੇ ਕਿ ਹੋ ਸਕਦਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਮਹਿੰਗਾਈ ਦਾ ਜ਼ੋਰ ਹੋਵੇ। ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਆਮ ਵਰਗ ਹੈ ਉਹਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਫੈਡਰਲ ਰਿਜ਼ਰਵ ਨੇ ਆਪਣਾ ਇੰਟਰਸਟ ਰੇਟ ਵਧਾਇਆ, ਇਸ ਕਰਕੇ ਭਾਰਤ ਦੀ ਇਕੋਨਮੀ ਵਿੱਚੋਂ ਵੀ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੁੰਦੀ ਹੈ, ਉਹ ਲੋਕ ਆਪਣਾ ਪੈਸਾ ਕੱਢ ਕੇ ਆਪਣੇ ਮੁਲਕ ਅਮਰੀਕਾ ਵਾਪਸ ਲੈ ਕੇ ਜਾ ਰਹੇ ਨੇ। ਇਸ ਤਰ੍ਹਾਂ ਦੇ ਕਈ ਹਾਲਾਤ ਪੈਦਾ ਹੋ ਗਏ ਨੇ। ਸੋ ਇੱਕ ਸਭ ਤੋਂ ਵੱਡਾ ਮਸਲਾ ਜੋ ਪੰਜਾਬ ਦੇ ਵਿੱਚ ਉਹ ਇਹ ਹੈ ਜਿਹੜਾ ਅਸੀਂ ਸਾਹਮਣਾ ਕਰਦੇ ਪਏ ਹਾਂ, ਪ੍ਰਸ਼ਾਸਨ, ਪੁਲਿਸ ਦਾ ਮਸਲਾ। ਉਹਦੇ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਐਕਸਪਰਟ ਪਵਨਦੀਪ ਸ਼ਰਮਾ ਜੋ ਕਿ ਪੋਲੀਟੀਕਲ ਐਨਾਲਿਸਟ ਨੇ। ਵੈਲਕਮ ਟੂ ਦ ਸ਼ੋ ਪਵਨ ਜੀ। ਬਸ ਸੰਜੀਵ ਜੀ ਔਰ ਪੰਜਾਬ ਮਿਲ USA TV ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਪ੍ਰਸ਼ਾਸਨ ਦੀ ਮੈਂ ਗੱਲ ਕੀਤੀ ਹੈ, ਪੁਲਿਸ ਦੀ ਕਾਰਗੁਜ਼ਾਰੀ ਦੀ ਮੈਂ ਗੱਲ ਕੀਤੀ ਹੈ, ਪੰਜਾਬ ਦੇ ਖਾਸ ਕਰਕੇ ਹਾਲਾਤ ਕਿੱਦਾਂ ਦੇ ਨੇ ਫੋਕਸ ਕਰਾਂਗੇ ਉਹਦੇ ਉੱਤੇ। ਪਿੱਛੇ ਜੇ ਕੀ 2 ਦਿਨ ਪਹਿਲਾਂ ਦੀ ਨਿਊਜ਼ ਹੈ ਕਿ ਇੱਕ ਸਾਡੇ AIG 1 ਕਰੋੜ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ। ਸੋ ਇਹ ਬਹੁਤ ਲਾਈਮਲਾਈਟ ਚਾਹੀਏ ਨਿਊਜ਼। ਇਸ ਤੋਂ ਪਹਿਲਾਂ ਵੀ ਕਈ ਇੱਦਾਂ ਦੀਆਂ ਨਿਊਜ਼ ਸਾਡੇ ਕੋਲ ਪਹੁੰਚੀਆਂ ਨੇ ਔਰ ਮਾਹਿਰ ਇਹ ਕਹਿੰਦੇ ਨੇ ਕਿ ਇੱਕ ਬਹੁਤ ਵੱਡਾ ਨੈਟਵਰਕ ਹੈ, ਕਿਉਂਕਿ 1 ਕਰੋੜ ਰੁਪਈਆ ਇੱਕ ਬੰਦਾ ਦੇ ਸਾਂਭੂਗਾ ਨਹੀਂ, ਹਿੱਸੇ ਤੈਅ ਹੋਣਗੇ ਸਾਰਿਆਂ ਦੇ। ਇਹ ਅੱਗੇ ਆ ਕੇ ਲੈਂਦੇ ਪਏ ਨੇ ਔਰ ਅਸੀਂ ਇਹ ਵੀ ਸੁਣਨ 'ਚ ਮਤਲਬ ਯਕੀਨ ਕੀ ਕਰੀਏ ਕਿ ਸਾਨੂੰ ਯਕੀਨ ਕਰਨਾ ਪੈਂਦਾ ਸੁਣਨ ਦੇ ਵਿੱਚ ਕਿ ਅੱਗੇ ਵੀ ਕਈ ਬੰਦੇ ਰੱਖੇ ਹੁੰਦੇ ਨੇ ਜਿਹਦੇ ਵਿੱਚ ਛੋਟੇ ਪੁਲਿਸ ਮੁਲਾਜ਼ਮ, ਸਿਪਾਹੀ ਤੱਕ ਵੀ, ASI ਤੱਕ ਵੀ, ਕੋਈ SHO ਵੀ, ਇਹ ਸਾਰੇ ਇਨਵੋਲਵ ਹੁੰਦੇ ਨੇ। ਔਰ ਇਹਨਾਂ ਦਾ ਕੰਮ ਇਹ ਹੁੰਦਾ ਹੈ ਕਈ ਥਾਵਾਂ ਦੇ ਉੱਤੇ, ਹਰ ਥਾਂ 'ਤੇ ਨਹੀਂ, ਕਈ ਥਾਵਾਂ ਦੇ ਉੱਤੇ ਇਹ ਕੰਮ ਹੁੰਦਾ ਹੈ ਕਿ ਪੈਸੇ ਕਿੱਦਾਂ ਲੈਣੇ ਨੇ ਔਰ ਉੱਪਰ ਤੱਕ ਹਿੱਸੇ ਕਿਵੇਂ ਪਹੁੰਚਾਉਣੇ ਨੇ। ਇਹ ਸਾਰਾ ਨੈਟਵਰਕ ਕਿਸ ਤਰ੍ਹਾਂ ਕੰਮ ਕਰਦਾ ਹੈ ਪਵਨ ਜੀ, ਤਾਂ ਕਿ ਆਪਾਂ ਗੱਲ ਨੂੰ ਅੱਗੇ ਤੋਰੀਏ। ਤੋਂ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ, ਪੁਲਿਸ ਡਿਪਾਰਟਮੈਂਟ ਹੈਗਾ, ਉਹਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਕੰਟੈਂਪਰੇਰੀ ਸਿਸਟਮ ਦੇ ਵਿੱਚ ਦਰਪੇਸ਼ ਆ ਰਹੀਆਂ। ਪੁਰਾਣੇ ਕਲਚਰ ਦੇ ਵਿੱਚ, ਪੁਰਾਣੀ ਪੁਲਿਸਿੰਗ ਦੇ ਵਿੱਚ ਔਰ ਮਾਡਰਨ ਟੈਕਨੀਕਸ ਦੇ ਵਿੱਚ ਜਿੰਨੀਆਂ ਡਿਵੈਲਪਡ ਕੰਟਰੀਜ਼ ਹੈਗੀਆਂ, ਉਹਨਾਂ ਵਿੱਚ ਬਹੁਤ ਵੱਡਾ ਇੱਕ ਤਜ਼ਾਦ ਹੈਗਾ, ਬਹੁਤ ਵੱਡਾ ਫਰਕ ਹੈਗਾ। ਪੰਜਾਬ ਦੇ ਵਿੱਚ ਜਿਹੜਾ ਪੁਲਿਸ ਦਾ ਅਮਲਾ ਹੈਗਾ, ਉਹਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੂੰ ਡਰਾਬੈਕਸ ਹੈਗੇ ਆ, ਬਹੁਤ ਸਾਰੀਆਂ ਕਮੀਆਂ ਖਾਮੀਆਂ ਹੈਗੀਆਂ। ਜਿਹੜਾ ਪੋਲੀਟੀਕਲ ਸਿਸਟਮ ਹੁੰਦਾ ਉਹ ਪੁਲਿਸ ਨੂੰ ਰੂਲ ਕਰਦਾ, ਜਿਸ ਦੀ ਸਰਕਾਰ ਹੁੰਦੀ ਆ, ਜਿਸ ਦੇ ਰਾਜਨੇਤਾ ਹੁੰਦੇ ਆ, ਜਿਸ ਦੇ MLAs ਹੁੰਦੇ ਆ, ਮੰਤਰੀ ਹੁੰਦੇ ਆ, ਪੁਲਿਸ ਫਿਰ ਉਹਦੇ ਪਿੱਛੇ ਹੀ ਲੱਗ ਜਾਂਦੀ ਆ। ਉਹ ਆਪਣੀ ਮਨਮਰਜ਼ੀ ਦੇ ਕੰਮ ਇਹਨਾਂ ਅਫਸਰਾਂ ਕੋਲੋਂ, ਇਹਨਾਂ ਪੁਲਿਸ ਦੇ ਸਿਸਟਮ ਕੋਲੋਂ, ਅਧਿਕਾਰੀਆਂ ਕੋਲੋਂ, ਪ੍ਰਸ਼ਾਸਨ ਕੋਲੋਂ ਕਰਵਾਉਂਦੇ ਆ। ਔਰ ਸਭ ਤੋਂ ਵੱਡੀ ਜਿਹੜੀ ਗੱਲ ਆ, ਤੁਸੀਂ ਗੱਲ ਕੀਤੀ ਰਿਸ਼ਵਤ ਦੀ, ਕਿ AIG ਲੈਵਲ ਦਾ ਅਧਿਕਾਰੀ 1 ਕਰੋੜ ਰੁਪਏ ਰਿਸ਼ਵਤ ਲੈਣ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹਦੇ ਵਿੱਚ ਸਿੱਧੀ ਸਮਝਣ ਵਾਲੀ ਗੱਲ ਹੈਗੀ ਹੈ ਕਿ ਇਹ ਪਹਿਲਾ ਔਰ ਇਕੱਲਾ ਕੇਸ ਨਹੀਂ ਹੈਗਾ। ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ ਚੱਲੇ ਆ ਰਹੇ ਏਦਾਂ ਦੇ ਕੇਸਿਸ ਸਮੇਂ-ਸਮੇਂ ਸਿਰ ਲੋਕਾਂ ਦੇ ਸਾਹਮਣੇ ਆਏ, ਸਾਡੇ ਸਾਹਮਣੇ ਆਏ, ਜਿਹਦੇ ਵਿੱਚ ਕਲੀਅਰਲੀ ਪਤਾ ਲੱਗਦਾ ਹੈ ਕਿ ਦੇਖੋ ਸੰਜੀਤ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ, ਪੁਲਿਸ ਸਿਸਟਮ ਨੂੰ ਰਾਜਨੀਤਿਕ ਚੁੰਗਲ ਤੋਂ ਕਿਵੇਂ ਛਡਾਉਣਾ, ਕਿਵੇਂ ਉਹਦੀ ਪੋਲੀਟੀਸਾਈਜੇਸ਼ਨ ਹੋਣ ਤੋਂ ਛਡਾਉਣਾ, ਗਰੀਬ, ਮਜ਼ਲੂਮ,
ਥਾਣੇ ਜਿਹੜੇ ਆ ਉਹ ਰਿਸ਼ਵਤਖੋਰੀ ਔਰ ਰਾਜਨੀਤੀ ਦੇ ਅੱਡੇ ਬਣ ਗਏ। ਜਦੋਂ ਰਾਜਨੀਤੀ ਔਰ ਰਿਸ਼ਵਤਖੋਰੀ ਦੇ ਅੱਡੇ ਬਣਨਗੇ ਤੇ ਸਿੱਧੀ-ਸਿੱਧੀ ਇੱਕ ਸਪਸ਼ਟਤਾ ਦੇ ਨਾਲ ਗੱਲ ਸਾਹਮਣੇ ਆਉਂਦੀ ਆ ਕਿ ਇਹਨਾਂ ਦੀ ਸਰਪ੍ਰਸਤੀ ਕੋਈ ਨਾ ਕੋਈ ਲੀਡਰ ਕਰ ਰਿਹਾ ਹੋਊਗਾ, ਕੋਈ ਨਾ ਕੋਈ ਪੋਲੀਟੀਸ਼ੀਅਨ ਕਰ ਰਿਹਾ ਹੋਊਗਾ ਔਰ ਇਕਤਦਾਰ ਦਾ ਹੋਊਗਾ, ਰੂਲਿੰਗ ਪਾਰਟੀ ਦਾ ਹੋਊਗਾ, ਸਰਕਾਰ ਦਾ ਹੋਊਗਾ। ਉਹਨਾਂ ਲੋਕਾਂ ਦੇ ਦਬਾਅ ਇਹਨਾਂ ਲੋਕਾਂ ਦੇ ਹੁੰਦੇ ਆ। ਫਿਰ ਜਦੋਂ ਲੋਕਾਂ ਦੀਆਂ ਸਿਫਾਰਿਸ਼ਾਂ ਹੁੰਦੀਆਂ ਨੇ, ਗਲਤ ਕੰਮ ਨੂੰ ਕਿਸ ਤਰ੍ਹਾਂ ਨਜਾਇਜ਼ ਕੰਮ ਨੂੰ ਜਾਇਜ਼ ਬਣਾ ਕੇ ਪੇਸ਼ ਕਰਨਾ, ਗਲਤ ਕੰਮ ਨੂੰ ਸਹੀ ਬਣਾ ਕੇ ਪੇਸ਼ ਕਰਨਾ, ਫਿਰ ਉਹਦੇ ਐਵਜ਼ ਦੇ ਵਿੱਚ ਏਦਾਂ ਦੇ ਕਰਪਟ ਅਫਸਰਸ ਨੂੰ ਵੀ ਮੌਕਾ ਮਿਲਦਾ ਕਿ ਉਹ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ, ਰਿਸ਼ਵਤ ਲੈਣ। ਉਹ ਲੀਡਰ ਵੀ ਕਿਤੇ ਉਹਨਾਂ ਦੀ ਵੀ ਕਈ ਮੈਂ ਮਾਮਲਿਆਂ ਦੇ ਵਿੱਚ ਵੇਖਿਆ ਪੋਲੀਟੀਸ਼ੀਅਨਸ ਦੀ ਬੜੀ ਵੱਡੀ ਕਨਾਈਵੈਂਸ ਹੁੰਦੀ ਹੈ। ਚੁੱਪ-ਚਾਪ ਉਹਨਾਂ ਨੂੰ ਸਹਿਮਤੀ ਦਿੰਦੇ ਨੇ, ਰਿਸ਼ਵਤ ਲੈਂਦੇ ਨੇ, ਫਿਰ ਉਹ ਰਿਸ਼ਵਤ ਵੰਡੀ ਵੀ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਕਈ ਵਾਰੀ ਥਾਣਿਆਂ ਦੇ ਵਿੱਚ ਹਿੱਸਾ ਪੱਤੀਆਂ ਰੱਖੀਆਂ ਹੁੰਦੀਆਂ ਲੀਡਰਾਂ ਨੇ, ਫਲਾਣੇ ਦਾ ਕੰਮ ਹੋਇਆ, ਇੰਨੇ ਪੈਸੇ ਲੱਗੇ, ਉਹਦੇ ਵਿੱਚੋਂ ਹਿੱਸੇ ਪੱਤੀਆਂ ਲੈ ਲੈਂਦੇ ਨੇ। ਲੀਡਰਾਂ ਦੇ ਪੀਏ ਇਨਵੋਲਵ ਹੋ ਜਾਂਦੇ ਨੇ ਏਦਾਂ ਦੀਆਂ ਗੱਲਾਂ ਦੇ ਵਿੱਚ। ਇਹ ਸਾਰੀਆਂ ਗੱਲਾਂ ਓਨੀ ਦੇਰ ਤੱਕ ਕਦੀ ਵੀ ਪੰਜਾਬ ਪੁਲਿਸ ਜਾਂ ਸਾਡੇ ਦੇਸ਼ ਦੀ ਵੀ ਪੁਲਿਸ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਗੱਲਾਂ ਤੋਂ ਨਿਜਾਤ ਓਨੀ ਦੇਰ ਨਹੀਂ ਪਾ ਸਕਦੀ, ਜਿੰਨੀ ਦੇਰ ਤੱਕ ਇਹਦਾ ਰਾਜਨੀਤੀਕਰਨ ਜਿਹੜਾ ਉਹ ਬੰਦ ਨਹੀਂ ਹੁੰਦਾ। ਤੁਸੀਂ ਦੇਖੋ ਕਾਂਗਰਸ ਗਵਰਨਮੈਂਟ ਵੇਲੇ ਵੀ ਔਰ ਉਸ ਤੋਂ ਪਿਛਲੀ ਅਕਾਲੀ ਦਲ ਗਵਰਨਮੈਂਟ ਵੇਲੇ ਵੀ ਇਹੋ ਹੀ ਇੱਕ ਬੜਾ ਵੱਡਾ ਫੈਸ਼ਨ ਰਿਹਾ, ਤਰੀਕਾਕਾਰ ਰਿਹਾ ਕਿ ਜੇ ਕੋਈ ਐਮਐਲਏ ਹਾਰ ਵੀ ਜਾਂਦਾ ਸੀ ਤੇ ਉਹਨੂੰ ਰੂਲਿੰਗ ਪਾਰਟੀ ਹਲਕਾ ਇੰਚਾਰਜ ਬਣਾਉਂਦੀ ਸੀ ਔਰ ਐਸਐਚਓ ਨੂੰ, ਡੀਐਸਪੀ ਲੈਵਲ ਦੇ ਅਧਿਕਾਰੀਆਂ ਨੂੰ, ਜ਼ਿਲ੍ਹੇ ਦੇ ਐਸਐਸਪੀ ਨੂੰ, ਕਮਿਸ਼ਨਰ ਨੂੰ ਇਹ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਕਿ ਉਹਨਾਂ ਦੇ ਹਲਕਾ ਇੰਚਾਰਜਾਂ ਦੀ ਗੱਲ ਜਿਹੜੀ ਪਹਿਲ ਦੇ ਆਧਾਰ ਤੇ ਸੁਣਨੀ ਹੈ। ਜੀ ਫਿਰ ਜੀ ਜਦੋਂ ਹਲਕਾ ਇੰਚਾਰਜ ਕਰੋੜਾਂ ਲਾ ਕੇ, ਲੱਖਾਂ ਰੁਪਏ ਲਾ ਕੇ ਇਲੈਕਸ਼ਨਾਂ 'ਚ ਖੜੇ ਹੋਣਗੇ, ਫਿਰ ਹਾਰਨਗੇ, ਨੁਕਸਾਨ ਹੋਏਗਾ ਤੇ ਫਿਰ ਉਹ ਆਪਣੇ ਘਾਟੇ ਦੀ, ਆਪਣੀ ਕਮਜ਼ੋਰੀ ਦੀਆਂ ਪੂਰਤੀਆਂ ਇਹਨਾਂ ਰਸਤਿਆਂ ਦੇ ਰਾਹੀਂ ਕਰਨਗੇ, ਪੁਲਿਸ ਦੇ ਰਾਹੀਂ ਕਰਨਗੇ। ਜਿਹਦੇ ਤੇ ਚਾਹਿਆ ਪਰਚਾ ਕਰਵਾ ਲਿਆ ਦਬਾਅ ਬਣਾ ਕੇ, ਕਿਸੇ ਨੂੰ ਡਰਾ ਲਿਆ, ਕਿਸੇ ਨੂੰ ਮਾਰ ਕੁਟਾ ਲਿਆ, ਕਿਸੇ ਨੂੰ ਧਮਕਾ ਲਿਆ, ਕਿਸੇ ਤੇ ਮੁਕੱਦਮਾ ਦਰਜ ਕਰਾ ਕੇ ਉਹਨੂੰ ਜੇਲ੍ਹ ਭੇਜ ਲਿਆ। ਫਿਰ ਉਹਦੇ ਐਵਜ਼ ਦੇ ਵਿੱਚ ਰਾਜ਼ੀਨਾਮਾ ਕਰਾ ਕੇ ਪੈਸੇ ਲੈ ਲਏ। ਫਿਰ ਪੁਲਿਸ ਵੀ ਉੱਥੋਂ ਆਪਣੇ ਜਿਹੜੇ ਕਾਲੀਆਂ ਭੇਡਾਂ ਇਸ ਡਿਪਾਰਟਮੈਂਟ ਦੇ ਵਿੱਚ ਹੈਗੀਆਂ, ਉਹ ਵੀ ਮੌਕਾ ਨਹੀਂ ਛੱਡਦੀਆਂ ਹੈਗੀਆਂ। ਜਿਸ ਤਰ੍ਹਾਂ 1 ਕਰੋੜ ਰੁਪਇਆ ਏਆਈਜੀ ਰਿਸ਼ਵਤ ਲੈ ਰਿਹਾ, ਕਿਸ ਤਰ੍ਹਾਂ ਗਲਤ ਰਿਪੋਰਟਾਂ ਨੂੰ ਸਹੀ ਬਣਾਉਣਾ, ਕਿਸ ਤਰ੍ਹਾਂ ਨਜਾਇਜ਼ ਕੰਮਾਂ ਨੂੰ ਜਾਇਜ਼ ਬਣਾਉਣਾ, ਕਿਸ ਤਰ੍ਹਾਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦੇਣਾ। ਫਿਰ ਏਦਾਂ ਦੇ ਕਰਪਟ ਅਮਲੇ ਦੇ ਵਿੱਚ ਕਰਪਟ ਲੋਕ ਜਿਹੜੇ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਬੜਾ ਵੱਡਾ ਮੌਕਾ ਮਿਲ ਜਾਂਦਾ ਔਰ ਸਰਪ੍ਰਸਤੀ ਕਿਤੇ ਨਾ ਕਿਤੇ ਨੈਕਸਸ ਪੋਲੀਟੀਸ਼ੀਅਨ ਔਰ ਆਫੀਸਰ ਦਾ ਹੁੰਦਾ ਹੈ। ਜੀ ਹੁੰਦੀ ਆ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਰਾਜਨੀਤੀ ਨੂੰ ਇਸ ਗੱਲ ਵੱਲ ਧਿਆਨ ਨਹੀਂ ਕਿ ਉਹਦੇ ਹਲਕੇ ਵਿੱਚ, ਉਹਦੇ ਇਲਾਕੇ ਵਿੱਚ, ਉਹਦੇ ਸ਼ਹਿਰ ਦੇ ਵਿੱਚ, ਉਹਦੇ ਸੂਬੇ ਦੇ ਵਿੱਚ ਕਿਹੜਾ ਗਲਤ ਅਫਸਰ ਲੱਗਾ ਆ, ਕਿਹੜਾ ਕਰਪਟ ਅਫਸਰ ਲੱਗਾ। ਕੋਈ ਕੀੜੀ ਵੀ ਜੇ ਤੁਰਦੀ ਆ ਤੇ ਇੱਕ ਮੁੱਖ ਮੰਤਰੀ ਨੂੰ, ਵੱਡੇ ਲੀਡਰ ਨੂੰ ਉਸ ਲੈਵਲ ਦੇ ਉੱਪਰ ਉਹਨਾਂ ਏਦਾਂ ਦੇ ਆਫੀਸਰਸ ਦਾ ਪਤਾ ਹੁੰਦਾ ਹੈ। ਸੋ ਇਸ ਕਰਕੇ ਜਿਹੜੇ ਕਲਚਰ ਪਿਛਲੀਆਂ ਸਰਕਾਰਾਂ ਵੇਲੇ ਚੱਲੇ, ਇਸ ਵੇਲੇ ਉਹਨਾਂ ਨੇ ਗੱਲਾਂ ਤੇ ਕੀਤੀਆਂ ਕਿ ਅਸੀਂ ਤਬਦੀਲ ਕਰਾਂਗੇ। ਪਰ ਅਲਟੀਮੇਟਲੀ ਗੱਲ ਕਿਤੇ ਨਾ ਕਿਤੇ ਉਦਾਂ ਦੀ ਹੀ ਚੱਲ ਰਹੀ ਹੈ। ਕੁਝ ਇੱਕਾ-ਦੁੱਕਾ ਘਟਨਾਵਾਂ ਦੇ ਵਿੱਚ ਅਫਸਰਾਂ ਨੂੰ ਫੜਿਆ ਵੀ ਜਾ ਰਿਹਾ। ਵਿਜੀਲੈਂਸ ਵੱਲੋਂ ਰੇਡਸ ਕੀਤੇ ਜਾਂਦੇ ਆ, ਅਰੈਸਟ ਹੁੰਦੇ ਆ। ਪਰ ਬਹੁਤ ਸਾਰੇ ਘਪਲੇ ਸੰਜੀਵ ਜੀ ਏਦਾਂ ਹੀ ਚੱਲਦੇ ਹੈਗੇ ਆ। ਜਿਹੜਾ ਸਵਾਲ ਤੁਸੀਂ ਮੇਰੇ ਲਈ ਕੀਤਾ ਸੀ ਕਿ ਪੁਲਿਸ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਉਹਨਾਂ ਨੂੰ ਨਿਊਟਰਲ ਫੋਰਸ ਵਜੋਂ ਕੰਮ ਕਰਨਾ ਚਾਹੀਦਾ। ਉਹਨਾਂ ਨੂੰ ਜਿੱਦਾਂ ਮਾਡਰਨ ਕੰਟਰੀਜ਼ ਹੈਗੀਆਂ, ਡਿਵੈਲਪਡ ਕੰਟਰੀਜ਼ ਹੈਗੀਆਂ, ਜੋ ਉਹਨਾਂ ਦਾ ਪੈਟਰਨ ਹੈਗਾ, ਦੁੱਧ ਦਾ ਦੁੱਧ ਕਰਨਾ, ਪਾਣੀ ਦਾ ਪਾਣੀ ਕਰਨਾ, ਬਗੈਰ ਸਿਫਾਰਿਸ਼ ਤੋਂ, ਬਗੈਰ ਪੈਸੇ ਤੋਂ ਲੋਕਾਂ ਨੂੰ ਇਨਸਾਫ਼ ਦੇਣਾ। ਪਰ ਇੱਥੇ ਤੇ ਬਰਾਏ ਸੁਲਟ ਤੁਸੀਂ ਪੰਜਾਬ ਦੀ ਗੱਲ ਕਰ ਲਓ, ਦੇਸ਼ ਦੀ ਗੱਲ ਕਰ ਲਓ, ਕਈ ਵਾਰੀ ਕੋਈ ਵੱਡੀ ਵਾਰਦਾਤ ਹੋ ਜਾਂਦੀ ਆ ਤੇ ਪੁਲਿਸ ਅਫਸਰਾਂ ਕੋਲ ਤੇ ਗੱਡੀ 'ਚ ਪਾਉਣ ਨੂੰ ਤੇਲ ਨਹੀਂ ਹੁੰਦਾ। ਉਹਨਾਂ ਕੋਲ ਚੰਗੀਆਂ ਕਾਰਾਂ ਨਹੀਂ ਹੁੰਦੀਆਂ, ਮੁਹੱਈਆ ਨਹੀਂ ਹੁੰਦੇ, ਵਹੀਕਲਸ ਨਹੀਂ ਹੁੰਦੇ। ਉਹ ਰਾਹ 'ਚ ਵਿਚਾਰਿਆਂ ਦੀ ਗੱਡੀ ਖਰਾਬ ਹੋ ਜਾਂਦੀ ਆ। ਜੇ ਕਿਤੇ ਕੋਈ ਵੱਡਾ ਹਾਦਸਾ ਪੇਸ਼ ਆ ਜਾਂਦਾ, ਤੁਸੀਂ ਦੇਖੋ ਪਿਛਲੇ 2, 4, 5 ਦਿਨਾਂ ਦੇ ਵਿੱਚ ਫੈਸਟਿਵ ਸੀਜ਼ਨ ਸੀ, ਦੁਸਹਿਰਾ ਵੀ ਬੀਤਿਆ ਹੈਗਾ। ਉਹਦੇ ਵਿੱਚ ਸਾਰੀ ਨਫ਼ਰੀ ਜਿਹੜੀ ਆ ਉਹ ਦੁਸਹਿਰੇ ਦੀਆਂ ਤਿਆਰੀਆਂ ਦੇ ਵਿੱਚ ਲੱਗੀ। ਕੁਝ ਬਹੁਤ ਵੱਡੀ ਤਾਦਾਦ ਦੇ ਵਿੱਚ ਲੀਡਰਾਂ, ਅਫਸਰਾਂ ਦੀ ਸਿਕਿਉਰਟੀਆਂ ਦੇ ਵਿੱਚ ਲੱਗੀ। ਥਾਣੇ ਜੀ ਜੀ ਖਾਲੀ ਪਏ ਆ ਤੇ ਜਦੋਂ ਆਮ ਬੰਦਾ ਕੋਈ ਜਾਂਦਾ ਜੀ ਮੇਰੇ ਘਰ ਚੋਰੀ ਹੋ ਗਈ, ਮੇਰਾ ਝਗੜਾ ਹੋ ਗਿਆ, ਫਲਾਣੇ ਨੇ ਮੇਰੇ ਨਾਲ ਧੱਕਾ ਕੀਤਾ ਤੇ ਥਾਣੇ ਵਿੱਚ ਉਹਨੂੰ ਅੱਗੋਂ ਕਿਹਾ ਜਾਂਦਾ ਕਿ ਸਾਡੇ ਸਾਰੇ ਬੰਦਿਆਂ ਦੀ ਵੀਆਈਪੀ ਡਿਊਟੀ ਲੱਗੀ ਹੈ। ਸੋ ਤੁਸੀਂ ਇੱਥੋਂ ਹੀ ਸਮਝ ਲਓ ਕਿ ਅਫਸਰ ਫਿਰ ਕਹਿੰਦੇ ਨੇ ਸਾਡੀ ਜੀ ਵੀਆਈਪੀ ਡਿਊਟੀ ਹੈ, ਦੁਸਹਿਰਾ ਲੰਘੇਗਾ ਤੇ ਤੁਸੀਂ ਫੇਰ ਆਉਣਾ। ਤੇ ਫਿਰ ਆਮ ਬੰਦਾ ਜਿਹੜਾ ਹੈ ਉਹਨੇ ਜਦੋਂ ਉਹਦੇ ਨਾਲ ਹਾਦਸਾ ਪੇਸ਼ ਆ ਜਾਂਦਾ, ਕੋਈ ਵਾਰਦਾਤ ਹੋ ਜਾਂਦੀ ਹੈ ਤੇ ਜਿਹੜੇ ਅਫਸਰ ਨੇ ਸੰਬੰਧਿਤ ਪੁਲਿਸ ਅਮਲਾ ਆ ਉਹਦੀ ਡਿਊਟੀ ਵੀਆਈਪੀ ਡਿਊਟੀ ਵਿੱਚ ਲੱਗੀ ਆ, ਦੁਸਹਿਰੇ ਦੇ ਵਿੱਚ ਲੱਗੀ ਆ, ਹੋਰ ਅੱਗੇ ਫੈਸਟੀਵਲ ਆਉਣਗੇ ਉਹਨਾਂ 'ਚ ਲੱਗੀ ਆ। ਥਾਣੇ ਖਾਲੀ ਪਏ, ਨਫ਼ਰੀ ਦੀ ਘਾਟ ਹੈ, ਪੜ੍ਹੇ ਲਿਖੇ ਅਫਸਰਾਂ ਦੀ ਘਾਟ ਹੈ। ਓਆਰਪੀ ਰੈਂਕਸ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਵੀ ਹੁਣ ਵੀ ਇਹ ਗੈਂਗਸਟਰ ਜਿਹੜਾ ਇੱਕ ਸੀਆਈਏ ਇੰਸਪੈਕਟਰ ਦੇ ਹੱਥੋਂ ਭੱਜ ਜਾਂਦਾ ਹੈ। ਉਹ ਇੱਕ ਹੌਲਦਾਰ ਰੈਂਕ ਦਾ ਅਫਸਰ ਹੈਗਾ, ਉਹਨੂੰ ਧੱਕੇ ਨਾਲ ਹੀ ਪ੍ਰਮੋਟ ਕਰਕੇ ਇੰਸਪੈਕਟਰ ਬਣਾਤਾ। ਫਿਰ ਉੱਥੋਂ ਹੀ ਸਮਝ ਆਉਂਦੀ ਹੈਗੀ ਆ ਕਿ ਨਫ਼ਰੀ ਦੇ ਵਿੱਚ ਘਾਟ ਤੇ ਹੈਗੀ ਆ, ਚੰਗੇ ਇੰਟੈਲੀਜੈਂਟ ਆਫੀਸਰਸ ਦੀ ਵੀ ਘਾਟ ਹੈ,
ਪਰ ਇਹਦੀ ਸਾਰੀ ਜਿਹੜੀ ਗ੍ਰਾਸ ਰੂਟ ਲੈਵਲ ਦੇ ਉੱਤੇ ਅਸੀਂ ਦੇਖੀਏ ਕਿ ਜਿਹੜੀ ਰਿਸ਼ਵਤਖੋਰੀ ਹੈ ਨਾ ਜੀ, ਉਹ ਰਾਜਨੀਤੀ ਤੋਂ ਸ਼ੁਰੂ ਹੁੰਦੀ ਹੈ। ਰਾਜਨੀਤਿਕ ਲੀਡਰ ਚੰਗੇ-ਚੰਗੇ ਹੋਟਲਾਂ 'ਚ ਜਾ ਕੇ ਬ੍ਰੇਕਫਾਸਟ ਕਰਦੇ, ਲੰਚ ਕਰਦੇ, ਡਿਨਰ ਕਰਦੇ ਆ, ਮੀਟਿੰਗਸ ਅਟੈਂਡ ਕਰਦੇ ਆ, ਫਿਰ ਉਹਦਾ ਖਰਚਾ ਤੇ ਅਫਸਰਾਂ ਨੇ ਹੀ ਪਿੱਛੋਂ ਪੇ ਕਰਨਾ ਹੈ। ਚਾਹੇ ਡਿਪਟੀ ਕਮਿਸ਼ਨਰ ਦੀ ਡਿਊਟੀ ਲੱਗ ਜੇ, ਚਾਹੇ ਐਸਡੀਐਮ ਦੀ ਲੱਗ ਜੇ, ਚਾਹੇ ਤਹਿਸੀਲਦਾਰ ਦੀ ਲੱਗ ਜੇ। ਸੋ ਇਸ ਕਰਕੇ ਇਹਨਾਂ ਦੀ ਮਜਬੂਰੀ ਵੀ ਬਣ ਜਾਂਦਾ ਆ ਰਿਸ਼ਵਤ ਲੈਣਾ। ਕਈ ਏਦਾਂ ਦੇ ਫਿਰ ਇੱਕ ਹੋਰ ਹਾਲਾਤ ਪੈਦਾ ਹੋ ਜਾਂਦੇ ਆ ਕਿ ਜੀ। ਜਿਹੜੇ ਅਫਸਰ ਆ ਫਿਰ ਉਹ ਲੀਡਰਾਂ ਦੇ ਨਾਮ ਦੇ ਉੱਤੇ ਵੀ ਜ਼ਿਆਦਾ ਪੈਸਾ ਵੀ ਇਕੱਠਾ ਕਰਨ ਲੱਗ ਜਾਂਦੇ। ਫਿਰ ਉਹ ਕੋਈ ਵੀ ਕੰਮ ਦੇ ਵਿੱਚ ਝੱਕਦੇ ਨਹੀਂ, ਉਹਨਾਂ ਦੇ ਹੱਥ ਜਿਹੜੇ ਉਹ ਨਾਲ ਰਲ ਜਾਂਦੇ ਆ। ਜਦੋਂ ਉਹਨਾਂ ਦਾ ਝਾਕਾ ਖੁੱਲ ਜਾਂਦਾ, ਫਿਰ ਉਹ ਵੱਡੀਆਂ-ਵੱਡੀਆਂ ਕਰੋੜ-ਕਰੋੜ ਰੁਪਏ ਵਰਗੀਆਂ ਰਿਸ਼ਵਤਾਂ ਤੇ ਆਮ ਹੀ ਲੈਂਦੇ ਫਿਰਦੇ ਆ। ਬਿਲਕੁਲ। ਜਿੰਨੇ ਵੱਡੇ ਆਫਿਸਰ ਹੁੰਦੇ ਆ, ਜ਼ਿਆਦਾਤਰ ਤੁਸੀਂ ਦੇਖ ਲਓ ਪੌਸ਼ ਇਲਾਕਿਆਂ 'ਚ ਉਹਨਾਂ ਦੇ ਘਰ ਹੁੰਦੇ ਆ, ਵੱਡੇ-ਵੱਡੇ ਘਰ ਹੁੰਦੇ ਆ, ਵੱਡੀ-ਵੱਡੀ ਨਫ਼ਰੀਆਂ ਉਹਨਾਂ ਦੇ ਨਾਲ ਹੁੰਦੀਆਂ। ਇੰਨਾ ਪੈਸਾ ਉਹਨਾਂ ਨੂੰ ਸਰਕਾਰੀ ਨੌਕਰੀ ਕਰਦੇ ਹੋਏ ਕਿੱਥੋਂ ਉਹਨਾਂ ਕੋਲ ਆ ਜਾਂਦਾ, ਕਿੱਥੋਂ ਮੁਹੱਈਆ ਹੋ ਜਾਂਦਾ। ਸੋ ਇਹ ਸਿੱਧਾ-ਸਿੱਧਾ ਸਮਝ ਆਉਂਦਾ ਕਿ ਇਹਦੇ ਵਿੱਚ ਪੁਲਿਸ ਦੀ ਪੋਲੀਟੀਸਾਈਜ਼ੇਸ਼ਨ ਕਰਨਾ, ਪੁਲਿਸ ਨੂੰ ਰਾਜਨੀਤੀ ਦੇ ਦਬਾਅ ਦੇ ਹੇਠ ਰੱਖਣਾ, ਕਈ ਅਨਪੜ੍ਹ ਗਧੇ ਲੀਡਰਾਂ ਦੇ ਕਿ ਪੁਲਿਸ ਨੂੰ ਨਿਊਟਰਲ ਨਾ ਹੋਣ ਦੇਣਾ, ਇਹਦੇ ਵਿੱਚ ਇਹੋ ਹੀ ਕਾਰਨ ਬਣਦਾ ਹੈ ਕਿ ਯੈਸ। ਰਿਸ਼ਵਤ ਲੈਣ ਤੋਂ ਪੁਲਿਸ ਨਹੀਂ ਕਰਦੀ। ਐਗਜ਼ੈਕਟਲੀ, ਕਈ ਵਾਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਆਫੀਸਰ ਸਾਹਿਬਾਨ ਜਿਹੜੇ ਨੇ ਇਹ ਅਕਾਲੀ ਪਾਰਟੀ ਨੂੰ ਬਿਲੋਂਗ ਕਰਦੇ ਨੇ, ਇਹ ਆਫੀਸਰ ਸਾਹਿਬਾਨ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ, ਇਹ ਕਾਂਗਰਸ ਦੇ ਸਾਹਿਬਾਨ ਦੇ ਜਿਹੜੇ ਅਫਸਰ ਸਾਹਿਬਾਨ ਨੇ ਇਹ ਅਕਾਲੀ ਦਲ ਵਾਸਤੇ ਕੰਮ ਨਹੀਂ ਕਰਨਗੇ, ਇਹ ਅਕਾਲੀ ਦਲ ਵਾਲੇ ਕਾਂਗਰਸ ਵਾਸਤੇ ਕੰਮ ਨਹੀਂ ਕਰਨਗੇ, ਕਿਉਂਕਿ ਆਪਸ ਦੇ ਵਿੱਚ ਗਰੁੱਪਿਜ਼ਮ ਹੈ। ਕਈ ਵਾਰ ਇਹ ਖਬਰਾਂ ਵੀ ਪੱਤਰਕਾਰ ਕਈ ਬਾਹਰ ਲੈ ਕੇ ਆਉਂਦੇ ਨੇ ਜਿਹੜੇ ਫੀਲਡ ਵਿੱਚ ਕੰਮ ਕਰਦੇ ਨੇ ਕਿ ਇਦਾਂ ਦੇ ਸੀਨ ਵੀ ਦੇਖਣ ਨੂੰ ਮਿਲਦੇ ਨੇ। ਹੁਣ ਇਹ ਟੈਗ ਹੋ ਗਿਆ ਕਿ ਇਹ ਆਫਿਸਰ ਫਲਾਣੀ ਪਾਰਟੀ ਦਾ, ਇਹ ਆਫਿਸਰ ਫਲਾਣੀ ਪਾਰਟੀ ਦੇ, ਕਿਉਂਕਿ ਉਹਨਾਂ ਨੇ ਨਿਯੁਕਤ ਕੀਤੇ ਨੇ ਔਰ ਪਾਰਟੀਆਂ ਵੀ, ਲੀਡਰਸ ਵੀ ਇਹ ਦੇਖ ਕੇ ਕਿ ਕਿਹੜਾ ਆਫਿਸਰ ਉਹਨਾਂ ਨੂੰ ਸੂਟ ਕਰਦਾ ਉਹਨੂੰ ਉੱਥੇ ਪੋਸਟ 'ਤੇ ਲਗਾਏ ਜਾਣਗੇ। ਇਹ ਸਾਰੀਆਂ ਪੋਸਟ ਪੋਲੀਟੀਕਲ ਪੋਸਟ ਬਣ ਚੁੱਕੀਆਂ ਨੇ। ਆਪਣੇ ਮੁਤਾਬਿਕ ਪੁਲਿਸਿੰਗ ਨੂੰ ਇਸਤੇਮਾਲ ਕਰਦੇ ਨੇ ਪੋਲੀਟੀਕਲ ਲੀਡਰ, ਆਪਣੇ ਖਿਲਾਫ ਕੋਈ ਵੀ ਕਾਰਵਾਈ ਹੋਣ ਦੇ ਨਜ਼ਰ ਦੇ ਵਿੱਚ, ਸੂਰਤ ਦੇ ਵਿੱਚ ਉਹ ਦੇਖਦੇ ਨੇ ਕਿ ਕਿੱਥੋਂ ਕਿਹਦੀ ਟਰਾਂਸਫਰ ਕਰਵਾਉਣੀ ਹੈ ਔਰ ਕਿਹਦੇ ਖਿਲਾਫ ਕਿਹੜੀ ਕਾਰਵਾਈ ਕਰਵਾਉਣੀ ਹੈ, ਉੱਥੇ ਕਿਹੜਾ ਸਾਡਾ ਆਫਿਸਰ ਫਿੱਟ ਹੋ ਸਕਦਾ ਹੈ, ਅਸੀਂ ਉਹਨੂੰ ਕਿੱਦਾਂ ਆਪਣੇ ਨਾਲ ਇਸਤੇਮਾਲ ਕਰ ਸਕਦੇ ਹਾਂ। ਸੋ ਪੁਲਿਸ ਦਾ ਪੋਲੀਟੀਸਾਈਜ਼ੇਸ਼ਨ ਹੋ ਚੁੱਕਾ ਹੈ, ਰਾਜਨੀਤੀਕਰਨ ਹੋ ਚੁੱਕਾ, ਅਸੀਂ ਸਾਰੇ ਜਾਣਦੇ ਹਾਂ। ਸੋ ਜੋ ਬੁੱਕ ਹੈ ਪੁਲਿਸ ਦੀ ਉਹ ਕਹਿੰਦੀ ਹੈ POLICE, P means polite, O means obedient, L means liberal, I means intelligent and C means competent, E means efficient। ਇਹ ਸਾਰੇ ਗੁਣ ਵੇਖਣ ਨੂੰ ਮਿਲਦੇ ਨੇ। ਪ੍ਰੈਕਟੀਕਲੀ ਤਾਂ ਸ਼ਾਇਦ ਬਹੁਤ ਘੱਟ ਲੋਕ ਨੇ ਜਿਨ੍ਹਾਂ 'ਚ ਮਿਲਦੇ ਨੇ। ਆਮ ਤੌਰ 'ਤੇ ਜੇ ਤੁਸੀਂ ਕਿਤੇ ਖੜੇ ਹੋ ਹਨੇਰੇ ਵਿੱਚ, ਤੁਹਾਡਾ ਕਿਤੇ ਵਾਹੀਕਲ ਖਰਾਬ ਹੋ ਗਿਆ, ਕਿਸੇ ਰਸਤੇ ਦੇ ਵਿੱਚ ਰਾਤ ਹੋ ਚੁੱਕੀ ਹੈ, ਤਾਂ ਪੁਲਿਸ ਦੀ ਗੱਡੀ ਆਏਗੀ, ਤੁਹਾਡੇ ਦਿਲ 'ਚ ਇਹ ਨਹੀਂ ਹੋਏਗਾ ਕਿ ਕੋਈ ਹੈਲਪ ਆ ਗਈ, ਕੋਈ ਮਦਦ ਆ ਗਈ। ਤੁਹਾਨੂੰ ਡਰ ਲੱਗਣ ਲੱਗ ਪਏਗਾ ਕਿ ਇੱਕ ਤਾਂ ਇਹ ਮੁਸੀਬਤ ਸੀ, ਕਾਰ ਖਰਾਬ ਹੋ ਗਈ, ਉੱਤੋਂ ਇਹ ਵੀ ਆ ਗਏ ਨੇ, ਹੁਣ ਪਤਾ ਨਹੀਂ ਕੀ ਬਣਨਾ ਮੇਰਾ। ਐਦਾਂ ਦਾ ਕਿਉਂ ਸੀਨ ਬਣਿਆ ਹੋਇਆ ਹੈ ਪਵਨ ਜੀ? ਦੇਖੋ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ, ਪੁਲਿਸ ਦੀ ਡੈਫੀਨੇਸ਼ਨ ਨੂੰ ਵੀ ਤੁਸੀਂ ਸਾਹਮਣੇ ਰੱਖਿਆ ਹੈਗਾ। ਇਹਦੇ ਵਿੱਚ ਸੰਜੀਵ ਜੀ ਬਹੁਤ ਸਾਰੇ ਪੁਆਇੰਟਸ ਹੈਗੇ ਆ। ਜਦੋਂ ਪੰਜਾਬ ਪੁਲਿਸ ਦਾ ਜਿੰਨਾ ਵੀ ਅਮਲਾ ਹੈਗਾ, ਅਸੀਂ ਜੇ ਉਹਨਾਂ ਦਾ ਨੈਗੇਟਿਵ ਪੱਖ ਸਾਹਮਣੇ ਰੱਖ ਰਹੇ ਹਾਂ ਤੇ ਪੋਜ਼ਿਟਿਵ ਪੱਖ ਵੀ ਸਾਡੀ ਡਿਊਟੀ ਹੈ ਕਿ ਅਸੀਂ ਪੇਸ਼ ਕਰੀਏ। ਹੁਣ ਤੁਸੀਂ ਦੇਖੋ, ਇੱਕ ਪੁਲਿਸ ਦੇ ਵਿੱਚ ਨਾ ਉਹਨਾਂ ਨੂੰ ਕੋਈ ਛੁੱਟੀ ਹੈ, ਨਾ ਉਹਨਾਂ ਦੇ ਡਿਊਟੀ ਕੋਈ ਆਵਰਸ ਹੈਗੇ ਨੇ। 24/7 ਉਹਨਾਂ ਦੀ ਡਿਊਟੀ ਹੈ ਔਰ ਕੋਈ ਇਹਨਾਂ ਨੂੰ ਛੁੱਟੀ ਨਹੀਂ ਮਿਲਦੀ, ਕੋਈ ਏਦਾਂ ਦੀ ਗੱਲ ਨਹੀਂ, ਕੋਈ ਬਾਤ ਨਹੀਂ। ਫਿਰ ਨਫ਼ਰੀਆਂ ਦੀ ਘਾਟ ਹੈਗੀ ਆ। ਤਿਉਹਾਰਾਂ ਥਾਣੇ 'ਚ ਦੇ ਵੀ ਵਿੱਚ ਡਿਊਟੀ ਹੈ। ਥਾਣਿਆਂ 'ਚ ਵੀ ਮੁਲਾਜ਼ਮਾਂ ਦੀ ਘਾਟ ਹੈਗੀ ਆ, ਹਰ ਜਗ੍ਹਾ ਘਾਟ ਹੈਗੀ ਆ। ਪੁਲਿਸ ਦੇ ਅੱਛੇ-ਅੱਛੇ ਮੁਲਾਜ਼ਮ ਜਿਹੜੇ ਉਹ ਲੀਡਰਾਂ ਦੀ ਸਿਕਿਉਰਿਟੀ ਦੇ ਵਿੱਚ ਲੱਗ ਜਾਂਦੇ ਨੇ। ਫਿਰ ਜਦੋਂ ਘਾਟ ਹੋਏਗੀ, ਇੱਕ ਵਿਅਕਤੀ ਜੇ ਟ੍ਰੈਫਿਕ ਇੰਚਾਰਜ ਬਣ ਗਿਆ, ਜੇ ਉਹ ਰੋਡ ਦੇ ਉੱਤੇ ਖੜਾ ਹੈ, ਧੁੱਪ ਹੈ, ਸਰਦੀ ਆ, ਕੋਈ ਕਿਸੇ ਤਰ੍ਹਾਂ ਦਾ ਮੌਸਮ ਹੈਗਾ, ਉਹਦੇ ਤੇ ਟ੍ਰੈਫਿਕ ਦਾ ਪੋਲਿਊਸ਼ਨ ਉਹਦੇ ਸਾਹ ਦੇ ਵਿੱਚ ਜਾ ਰਿਹਾ, ਉਹਦੇ ਫੇਫੜੇ ਖਰਾਬ ਹੋ ਰਹੇ ਆ, ਹੈਲਥ ਇਸ਼ੂਜ਼ ਉਹਨੂੰ ਕ੍ਰੀਏਟ ਹੋ ਰਹੇ ਆ, ਹੌਰਨ ਸੁਣ-ਸੁਣ ਕੇ ਬੀਪੀ ਵੱਧ ਰਹੇ ਨੇ। ਕੋਈ ਤੁਸੀਂ ਦੇਖੋ ਪੁਲਿਸ ਅਫਸਰ ਜਿਹੜੇ ਉਹ ਬੱਸ ਸਟੈਂਡ ਦੇ ਆਲੇ-ਦੁਆਲੇ ਲੱਗੇ ਹੁੰਦੇ ਆ। ਉਹ ਵਿਚਾਰੇ ਇੱਧਰੋਂ ਆਟੋ ਪਿੱਛੇ ਕਰਾ, ਇੱਧਰੋਂ ਬੱਸ ਕਰਾ, ਉਹਨਾਂ ਦਾ ਜਿੰਨਾ ਪੋਲਿਊਸ਼ਨ ਹੈ ਉਹਦੇ ਸਾਹ ਦੇ ਨਾਲ ਉਹਦੇ ਅੰਦਰ ਜਾਂਦਾ। ਹੌਰਨ ਹੌਂਕਿੰਗਸ ਜਿਹੜੀਆਂ ਉਹਨਾਂ ਦੇ ਬੀਪੀ ਵਧਾ ਦਿੰਦੀਆਂ, ਉਹਨਾਂ ਨੂੰ ਫਿਜ਼ੀਕੈਲਿਟੀ ਉਹਨਾਂ ਦੀ ਜਿਹੜੀ ਅਪਸੈਟ ਕਰ ਦਿੰਦੀਆਂ। ਇਹ ਸਾਰੇ ਕਾਰਨ ਜਿਹੜੇ ਇਸ ਕਰਕੇ ਵੀ ਪੈਦਾ ਹੁੰਦੇ ਆ ਕਿ ਲਿਮਿਟਿਡ ਡਿਊਟੀ ਉਹਨਾਂ ਕੋਲੋਂ ਨਹੀਂ ਲਈ ਜਾਂਦੀ। ਜੇ ਲਿਮਿਟਿਡ ਡਿਊਟੀ ਹੋਵੇ, ਟਾਈਮ ਟੂ ਟਾਈਮ ਡਿਊਟੀ ਹੋਵੇ ਤੇ ਫਿਰ ਉਹ ਇੰਨੇ ਖਿਝੇ ਨਾ ਰਹਿਣ, ਆਰਾਮ ਨਾਲ ਲੋਕਾਂ ਦੇ ਨਾਲ ਪੇਸ਼ ਆਉਣ। ਫਿਰ ਜੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਮੁਯੱਸਰ ਹੋਣ, ਮੁਹੱਈਆ ਹੋਣ, ਤਾਂ ਵੀ ਉਹਨਾਂ ਨੂੰ ਸੁੱਖ ਦਾ ਸਾਹ ਆਵੇ। ਦੇਖੋ ਜੇ ਸਿਸਟਮ ਦੇ ਨਾਲ ਚੱਲੇ ਤੇ ਫਿਰ ਸਾਰਾ ਕੁਝ ਠੀਕ ਕੀਤਾ ਜਾ ਸਕਦਾ। ਕੋਈ ਵੀ ਵਿਅਕਤੀ ਇੰਨੇ ਲੰਮੇ ਸਮੇਂ ਲਈ ਡਿਊਟੀ ਕਦੀ ਵੀ ਸਹੀ ਤਰੀਕੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਇਰੀਟੇਟ ਹੋ ਜਾਂਦੇ ਆ, ਖਿਝੇ ਹੋਏ ਹੁੰਦੇ ਆ। ਕਿਉਂ? ਉਹਦਾ ਕਾਰਨ ਕੀ ਹੁੰਦਾ ਕਿ ਹਰ
ਹੁੰਦਾ ਜੇ ਮੰਨ ਲਓ ਧੁੱਪ ਆ ਪੂਰੀ ਦੁਪਹਿਰ ਹੈਗੀ ਆ ਤੇ ਇੱਕ ਪੁਲਿਸ ਵਾਲਾ ਮੁਲਾਜ਼ਮ ਕਾਂਸਟੇਬਲ ਜਿਹੜਾ ਧੁੱਪ ਦੇ ਵਿੱਚ ਡਿਊਟੀ ਕਰ ਰਿਹਾ। ਅਸੀਂ ਲੋਕ ਜਿਹੜੇ ਇਹ ਸੋਚਦੇ ਹਾਂ ਕਿ ਪੁਲਿਸ ਵਾਲਾ ਹੈ ਤੇ ਚੋਰ ਹੀ ਹੋਊਗਾ। ਜ਼ਰੂਰੀ ਇਹੋ ਜਿਹੀ ਗੱਲ ਨਹੀਂ, ਜਦੋਂ ਉਹ ਵੀ ਇਨਸਾਨ ਹੈ, ਧੁੱਪ ਦੇ ਵਿੱਚ ਖੜਾ ਹੈ, ਛਾਂ ਦੇ ਵਿੱਚ ਖੜਾ ਹੈ, ਬਾਰਿਸ਼ ਦੇ ਵਿੱਚ ਖੜਾ ਹੈ, ਪਾਣੀ ਭਰ ਗਿਆ ਤਾਂ ਵੀ ਖੜਾ ਹੈ। ਸੋ ਇਸ ਕਰਕੇ ਇਹ ਸਾਰੇ ਜਿਹੜੇ ਆ ਸਾਡੇ ਰਾਜਨੀਤਿਕ ਇੱਛਾ ਸ਼ਕਤੀ ਔਰ ਜਿਹੜੀ ਇੱਕ ਪ੍ਰਸ਼ਾਸਨ ਸਰਕਾਰਾਂ ਦਰਬਾਰੇ ਜਿਹੜੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਇਹਨਾਂ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਮੁਯੱਸਰ ਹੋਣੀਆਂ ਚਾਹੀਦੀਆਂ, ਕਿਹੜੀਆਂ ਟਾਈਮਿੰਗਸ ਇਹਨਾਂ ਦੀਆਂ ਹੋਣੀਆਂ ਚਾਹੀਦੀਆਂ, ਕਿੰਨਾ ਵਰਕਲੋਡ ਹੋਣਾ ਚਾਹੀਦਾ, ਕਿੰਨਾ ਬੋਝ ਕਿਸੇ ਵਿਅਕਤੀ ਤੇ ਹੋਣਾ ਚਾਹੀਦਾ, ਇਹ ਸਾਰੀਆਂ ਗੱਲਾਂ ਬਿਲਕੁਲ ਨਿਰਧਾਰਿਤ ਕਰਕੇ ਤੈਅ ਕਰਨੀਆਂ ਚਾਹੀਦੀਆਂ ਤਾਂ ਕਿ ਕੋਈ ਕਿਸੇ ਵੀ ਡਿਊਟੀ ਦੇ ਉੱਤੇ ਐਫੀਸ਼ੀਐਂਟ ਤਰੀਕੇ ਨਾਲ ਆਪਣੀ ਡਿਊਟੀ ਕਰ ਸਕੇ, ਲੋਕਾਂ ਨਾਲ ਮਿਸਬਿਹੇਵ ਨਾ ਕਰੇ, ਲੋਕਾਂ ਨਾਲ ਇਰੀਟੇਟ ਹੋ ਕੇ ਉਹਨਾਂ ਨਾਲ ਬੋਲਚਾਲ ਨਾ ਕੋਈ ਏਦਾਂ ਦਾ ਕਰੇ, ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਅਪਣਾ ਸਕੇ। ਜੇ ਏਦਾਂ ਹੀ ਇੱਕ ਬੰਦੇ ਕੋਲੋਂ ਇੰਨਾ ਲੰਬਾ ਕੰਮ ਲਿਆ ਜਾਏਗਾ, ਨਾ ਉਹ ਚੋਰ ਫੜ ਸਕਦਾ, ਨਾ ਉਹਦਾ ਦਿਮਾਗ ਉਹਨੇ ਪੋਜ਼ਿਟਿਵਲੀ ਕੰਮ ਕਰ ਸਕਦਾ, ਉਹ ਟ੍ਰੈਫਿਕ ਵੀ ਓਨੇ ਤਰੀਕੇ ਨਾਲ ਅੱਛੀ ਤਰ੍ਹਾਂ ਰੈਗੂਲੇਟ ਨਹੀਂ ਕਰ ਸਕਦਾ। ਸੋ ਆਫਟਰ ਆਲ ਮੈਨ ਇਜ਼ ਅ ਮੈਨ, ਹਿਊਮੈਨਿਟੀ ਹੈ, ਇਨਸਾਨ ਨੇ। ਉਹਨਾਂ ਨੂੰ ਸਹੀ ਤਰੀਕੇ ਨਾਲ ਸਰਕਾਰਾਂ ਨੂੰ ਲੋੜ ਹੈਗੀ ਆ, ਹੋਮ ਡਿਪਾਰਟਮੈਂਟ ਨੂੰ ਲੋੜ ਹੈਗੀ ਆ, ਹੋਮ ਮਿਨਿਸਟਰ ਨੂੰ ਲੋੜ ਹੈ, ਚੀਫ ਮਿਨਿਸਟਰ ਨੂੰ ਲੋੜ ਹੈ ਕਿ ਉਹਨਾਂ ਲੋਕਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਨੂੰ ਸਾਹਮਣੇ ਰੱਖ ਕੇ ਸੁਝਾਅ ਉਹਨਾਂ ਦਾ ਕੀਤਾ ਜਾਵੇ, ਚੰਗੇ ਸੁਝਾਵਾਂ ਨਾਲ ਲੋਕ ਨਾਲ ਲੈ ਜਾਣ, ਉਹਨਾਂ ਨੂੰ ਸਟ੍ਰੀਮਲਾਈਨ ਕੀਤਾ ਜਾਵੇ ਔਰ ਰਾਜਨੀਤਿਕਕਰਨ ਤੋਂ ਪੰਜਾਬ ਪੁਲਿਸ ਨੂੰ ਸਪੈਸ਼ਲੀ ਬਚਾਇਆ ਜਾਵੇ ਤਾਂ ਕਿ ਉਹ ਆਪਣੇ ਫ੍ਰੀ ਐਂਡ ਫੇਅਰ ਨਿਊਟਰਲ ਡਿਊਟੀ ਜਿਹੜੀ ਉਹ ਕਰ ਸਕਣ। ਐਗਜ਼ੈਕਟਲੀ, ਕਿਉਂਕਿ ਪੁਲਿਸ ਬੰਦੋਬਸਤ ਬਹੁਤ ਜ਼ਰੂਰੀ ਹੈ। ਹੁਣ ਤਿਉਹਾਰ ਤਾਂ ਉਹ ਆਪਣੀ ਫੈਮਿਲੀ ਨਾਲ ਨਹੀਂ ਮਨਾ ਸਕਦੇ ਕਿਉਂਕਿ ਤਿਉਹਾਰਾਂ ਦੇ ਵਿੱਚ ਤੇ ਉਹਨਾਂ ਦੀ ਡਬਲ ਡਿਊਟੀ ਹੁੰਦੀ ਹੈ। ਸੋ ਜਿੱਥੇ ਖੜੇ ਨੇ, ਨਾ ਡਿਪਾਰਟਮੈਂਟ ਵੱਲੋਂ ਕੋਈ ਚਾਹ, ਨਾ ਕੋਈ ਖਾਣਾ, ਕੁਝ ਨਹੀਂ, ਆਪਣਾ ਬੰਦੋਬਸਤ ਆਪੇ ਕਰੋ। ਉੱਥੇ ਹੀ ਚਾਹ ਦਾ ਇੰਤਜ਼ਾਮ ਆਪੇ ਕਰ ਲਓ, ਉੱਥੇ ਹੀ ਖਾਣੇ ਦਾ ਇੰਤਜ਼ਾਮ ਆਪੇ ਕਰੋ। ਤੇ ਜੇ ਔਨ ਡਿਊਟੀ ਕਿਤੇ ਖਾਣਾ ਖਾਣ ਚਲੇ ਗਏ, ਚਾਹ ਪੀਣ ਚਲੇ ਗਏ ਤੇ ਆਫੀਸਰ ਨੇ ਰੇਡ ਕਰ ਦਿੱਤਾ ਤਾਂ ਡਿਊਟੀ ਦੇ ਵਾਸਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਇਹ ਵੀ ਨਾਲ ਗੱਲਾਂ ਨੇ, ਫੈਸਿਲਿਟੀ ਕੋਈ ਵੀ ਨਹੀਂ। ਸੋ ਇਹ ਗੱਲਾਂ ਤੁਹਾਡੀਆਂ ਬਿਲਕੁਲ ਸਹੀ ਨੇ। ਸੋ ਕੁਝ ਥਾਵਾਂ ਦੇ ਉੱਤੇ ਇਹ ਵੀ ਗੱਲ ਆਉਂਦੀ ਆ ਕਿ ਜਿੱਦਾਂ ਅਸੀਂ ਵਿਦੇਸ਼ਾਂ 'ਚ ਦੇਖਦੇ ਹਾਂ, ਪੁਲਿਸ ਦੀ ਭਰਤੀ ਹੁੰਦੀ ਹੈ, ਕਾਂਸਟੇਬਲਸ ਦੀ ਭਰਤੀ ਹੁੰਦੀ ਹੈ, ਤਾਂ ਸਭ ਤੋਂ ਲੋਐਸਟ ਜਿਹੜੀ ਪੋਸਟ ਹੈ, ਸਭ ਤੋਂ ਛੋਟੀ ਪੋਸਟ ਹੈ, ਸਟਾਰਟਿੰਗ ਪੁਆਇੰਟ ਉਹ ਹੁੰਦਾ ਹੈ। ਐਗਜ਼ੈਕਟਲੀ ਆਫੀਸਰ ਕੋਈ ਵੀ ਨਹੀਂ ਬਣਦਾ। ਜਿਵੇਂ ਸਾਡੇ ਇੱਥੇ ਹੈ, ਐਗਜ਼ਾਮ ਦਿੱਤਾ, ਐਗਜ਼ਾਮ ਦੇ ਕੇ ਸਿੱਧਾ ਹੀ ਆਫੀਸਰ ਭਰਤੀ ਹੋ ਗਿਆ, ਉਹਨੂੰ ਪਤਾ ਹੀ ਨਹੀਂ ਫੀਲਡ ਦੀਆਂ ਪ੍ਰੋਬਲਮਸ ਕੀ ਨੇ, ਸਿੱਧਾ ਹੀ ਏਸੀ ਕਮਰੇ 'ਚ ਬਹਿ ਕੇ ਲੱਖ ਰੁਪਏ ਤੋਂ ਉੱਤੇ ਤਨਖਾਹ ਹੈ ਤੇ ਉੱਥੇ ਬੈਠਾ ਆਰਡਰਸ ਦੇਈ ਜਾਂਦਾ ਹੈ। ਉਹਨੂੰ ਪ੍ਰੈਕਟੀਕਲ ਲਾਈਫ ਪਤਾ ਹੀ ਨਹੀਂ ਕਿ ਕਾਂਸਟੇਬਲਸ ਕਿੱਦਾਂ ਕੰਮ ਕਰਦੇ ਨੇ, ਕਿਉਂਕਿ ਕਹਿੰਦੇ ਨੇ ਦੋ ਹੀ ਪੋਸਟਾਂ ਹੁੰਦੀਆਂ ਨੇ, ਇੱਕ ਸਿਪਾਹੀ ਜੀ ਤੇ ਇੱਕ ਆਈ ਜੀ। ਇਹ ਦੋ ਪੋਸਟਾਂ ਹੀ ਸਾਡੇ ਪੰਜਾਬ 'ਚ ਚੱਲਦੀਆਂ ਨੇ। ਤਾਂ ਤੁਸੀਂ ਨਹੀਂ ਸਮਝਦੇ ਭਰਤੀ ਇਦਾਂ ਹੋਣੀ ਚਾਹੀਦੀ ਜਿਵੇਂ ਵਿਦੇਸ਼ਾਂ 'ਚ ਹੈ ਕਿ ਸਟਾਰਟਿੰਗ ਪੁਆਇੰਟ ਤੋਂ ਹਰੇਕ ਬੰਦਾ ਸਿਪਾਹੀ ਭਰਤੀ ਹੋਵੇ, ਉੱਥੋਂ ਤਰੱਕੀ ਕਰਦਾ ਹੋਇਆ ਉੱਪਰ ਆਫੀਸਰ ਤੱਕ ਜਾਵੇ, ਤਾਂ ਉਹਨੂੰ ਪ੍ਰੈਕਟੀਕਲ ਲਾਈਫ, ਪ੍ਰੈਕਟੀਕਲ ਪ੍ਰੋਬਲਮਸ ਦਾ ਪਤਾ ਹੋਣਾ ਚਾਹੀਦਾ ਹੈ। ਕਿਤੇ ਲੱਗਦਾ ਨਹੀਂ ਕਿ ਭਰਤੀ ਦੇ ਵਿੱਚ ਗਲਤੀ, ਪ੍ਰੋਸੈਸ ਗਲਤ ਹੈ? ਦੇਖੋ ਸੰਜੀਵ ਜੀ, ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਐਂਗਲਸ ਹੈਗੇ ਆ। ਦੇਖੋ, ਪੰਜਾਬ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈਗਾ, ਪੀਪੀਐਸਸੀ ਹੈਗਾ, ਸੈਂਟਰ ਦੇ ਵਿੱਚ ਯੂਪੀਐਸਸੀ ਹੈਗਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈਗਾ, ਜਿਹਦੇ ਵਿੱਚ ਆਈਪੀਐਸ ਅਧਿਕਾਰੀਆਂ ਦੀ ਚੋਣ ਹੁੰਦੀ ਹੈ, ਆਈਏਐਸ ਅਧਿਕਾਰੀਆਂ ਦੀ ਹੁੰਦੀ ਹੈ, ਆਈਆਰਐਸ ਦੀ ਹੁੰਦੀ ਹੈ, ਆਈਐਫਐਸ ਦੀ ਹੁੰਦੀ ਹੈ। ਏਦਾਂ ਇੱਕ ਲੇਅਰ ਹੁੰਦੀ, ਇੱਕ ਸਟ੍ਰੈਟਾ ਹੁੰਦਾ ਜਿਹਦੇ ਵਿੱਚ ਕਿਸ ਤਰ੍ਹਾਂ ਦੇ ਆਈਕਿਊ ਵਾਲੇ ਲੋਕਾਂ ਨੇ ਕੰਮ ਕਰਨਾ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਏਦਾਂ ਹੀ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਪੀਪੀਐਸਸੀ ਹੈ, ਉਹ ਡੀਐਸਪੀ ਲੈਵਲ ਦੇ ਪੱਧਰ ਤੱਕ ਅਧਿਕਾਰੀਆਂ ਦੀ ਚੋਣ ਕਰਦਾ ਹੈ। ਸੋ ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਹਰ ਚੀਜ਼ ਦੀ ਇੱਕ ਦੇਖੋ, ਜਿਸ ਤਰ੍ਹਾਂ ਕੋਈ ਅੱਛਾ ਸਟੂਡੈਂਟ ਹੈਗਾ, ਬੀਟੈਕ ਹੈਗਾ, ਗ੍ਰੈਜੂਏਟ ਹੈਗਾ, ਪੋਸਟ ਗ੍ਰੈਜੂਏਟ ਹੈਗਾ, ਉਹਦੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਉਹ ਆਫਿਸਰ ਰੈਂਕ ਵਾਸਤੇ ਅਪਲਾਈ ਕਰ ਸਕੇ ਆਪਣੇ ਆਈਕਿਊ ਨੂੰ ਇਸਤੇਮਾਲ ਕਰਦੇ ਹੋਏ ਬੜੇ ਹਾਰਡ ਟੈਸਟ ਦੇ ਥਰੂ, ਪ੍ਰੀਲਿਮਿਨਰੀ, ਫਿਰ ਮੇਨਸ, ਫਿਰ ਇੰਟਰਵਿਊ, ਇਹ ਸਾਰੀ ਸਕਰੂਟਨੀ ਦੇ ਥਰੂ ਪਾਸ ਆਊਟ ਕਰਕੇ ਤੇ ਫਿਰ ਇੱਕ ਅਧਿਕਾਰੀ ਬਣਦਾ ਤੇ ਉਸ ਤੋਂ ਵੱਖ-ਵੱਖ ਅਦਾਰਿਆਂ ਦੇ ਵਿੱਚ ਕੀਤੀ ਜਾਂਦੀ ਹੈ, ਵੱਖ-ਵੱਖ ਸਾਈਟਸ ਦੇ ਉੱਤੇ ਕੀਤੀ ਜਾਂਦੀ ਹੈ। ਚਾਹੇ ਉਹ ਮਸੂਰੀ ਹੋਵੇ, ਯੂਪੀਐਸਸੀ ਦੀ ਗੱਲ ਹੋਵੇ, ਹੈਦਰਾਬਾਦ ਦੇ ਵਿੱਚ ਵੀ ਹੁੰਦੀ ਹੈ, ਬਹੁਤ ਸਾਰੀ ਜਗ੍ਹਾ ਤੋਂ ਟ੍ਰੇਨ ਕਰਕੇ ਉਹਨਾਂ ਨੂੰ ਭੇਜਿਆ ਜਾਂਦਾ ਹੈ। ਫਿਰ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜੇ ਭਾਰਤ ਦੇ ਵਿੱਚ ਮੰਨ ਲਓ ਕੋਈ ਕਾਂਸਟੇਬਲ ਹੈਗਾ ਤੇ ਉਹਦੀ ਜਿਹੜੀ ਬੇਸਿਕ ਐਜੂਕੇਸ਼ਨ ਕੁਆਲੀਫਿਕੇਸ਼ਨ ਹੁੰਦੀ ਹੈ, ਉਹ ਲਗਭਗ 12ਵੀਂ ਕਲਾਸ ਹੁੰਦੀ ਹੈ। ਪਰ ਜਦੋਂ ਅਸੀਂ ਹਾਇਰ ਪੋਸਟ ਲਈ ਜਾਣਾ ਹੁੰਦਾ ਹੈ, ਉੱਪਰਲੇ ਲੈਵਲ ਦੇ ਅਧਿਕਾਰੀਆਂ ਲਈ ਜਾਣਾ ਹੁੰਦਾ, ਤਾਂ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਉਹ ਗ੍ਰੈਜੂਏਸ਼ਨ ਹੁੰਦੀ ਹੈ। ਜੀ। ਸੋ ਇਸ ਕਰਕੇ ਜੇ ਸਾਰੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਫਿਰ ਕਾਂਸਟੇਬਲ ਦੀ ਭਰਤੀ ਦੇ ਵਿੱਚ ਆ ਜਾਣਗੇ ਤੇ ਫਿਰ ਜਿਹੜੇ ਵਿਚਾਰੇ 12ਵੀਂ ਪੜ੍ਹੇ ਆ ਸਿਰਫ, ਉਹਨਾਂ ਦੇ ਹੱਕ ਤੇ ਬੜੀ ਵੱਡੀ ਮਾਰ ਪਏਗੀ, ਫਿਰ ਉਹਨਾਂ ਨੂੰ ਤੇ ਨੌਕਰੀ ਨਹੀਂ ਮਿਲਣੀ। ਫਿਰ ਸਾਰੇ ਪੋਸਟ ਗ੍ਰੈਜੂਏਟ ਸਾਰੇ ਜਿਹੜੇ ਆ, ਇਹਨੂੰ ਕਹਿੰਦੇ ਆ ਕਿ ਅੰਡਰ ਜੋਬ, ਮਤਲਬ ਕਿ ਉਹ ਜ਼ਿਆਦਾ ਪੜ੍ਹ ਲਿਖ ਕੇ ਘੱਟ ਕੁਆਲਿਟੀ ਦੀ ਜੋਬ ਕਰ ਰਹੇ ਆ, ਅੰਡਰ ਇੰਪਲੋਇਮੈਂਟ ਹੋ ਜਾਂਦੀ ਹੈ। ਤੇ ਫਿਰ ਉਹ ਜੇ ਸਾਰੇ ਇਸ ਤਰ੍ਹਾਂ ਦੇ ਲੋਕ ਕਾਂਸਟੇਬਲ ਤੋਂ ਸ਼ੁਰੂ ਕਰਨਗੇ ਤੇ ਫਿਰ ਸਾਰਾ ਢਾਂਚਾ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਦੀ ਗਿਰਾਵਟ ਆ ਸਕਦੀ ਹੈ। ਸੋ ਆਈਕਿਊ ਹੁੰਦਾ, ਫਿਜ਼ੀਕਲ ਫਿਟਨੈਸ ਦੀ ਗੱਲ ਹੁੰਦੀ ਹੈ, ਇਹਨਾਂ ਦੇ ਮੈਡੀਕਲ ਟੈਸਟ ਹੁੰਦੇ ਆ। ਜੇ ਕਿਸੇ ਨੇ ਕਾਂਸਟੇਬਲ, ਏਐਸਆਈ, ਸਬ ਇੰਸਪੈਕਟਰ
ਡੀਐਸਪੀ ਲੈਵਲ ਤੱਕ ਅਧਿਕਾਰੀਆਂ ਦੇ ਜੇ ਉਹਨਾਂ ਨੇ ਟੈਸਟ ਪਾਸ ਕੀਤਾ ਹੁੰਦਾ ਹੈ ਜਾਂ ਉਹਦੇ ਵਿੱਚ ਚੋਣ ਹੁੰਦੀ ਹੈ ਤੇ ਉਹਨਾਂ ਨੂੰ ਬੜੀ ਫਿਜ਼ੀਕਲ ਐਕਟੀਵਿਟੀ, ਹਾਈ ਜੰਪ, ਲੌਂਗ ਜੰਪ। ਓਕੇ, ਆਈ ਥਿੰਕ ਦੁਬਾਰਾ ਤੋਂ ਸ਼ੁਰੂ ਕਰੋਗੇ ਇੱਥੋਂ, ਕਿਉਂਕਿ ਮੇਰਾ ਖਿਆਲ ਕੋਈ ਫੋਨ ਆ ਗਿਆ ਸੀ ਤੁਹਾਡਾ। ਹਾਂਜੀ ਹਾਂਜੀ। ਰਾਈਟ, ਇੱਥੋਂ ਹੀ ਦੁਬਾਰਾ ਲੈ ਲਓ, ਤੁਹਾਡੇ ਟੇਕ ਤੋਂ ਹੀ ਲੈ ਲਾਂਗੇ, ਲੌਂਗ ਜੰਪ, ਹਾਈ ਜੰਪ ਤੋਂ। ਜਦੋਂ ਇਸ ਤਰ੍ਹਾਂ ਦੇ ਅਧਿਕਾਰੀਆਂ ਦੀ ਚੋਣ ਹੁੰਦੀ ਆ ਲੋਅਰ ਸਟ੍ਰੈਟਾ ਦੇ, ਤੇ ਉਹਦੇ ਵਿੱਚ ਲੌਂਗ ਜੰਪ ਲੱਗਦਾ, ਹਾਈ ਜੰਪ ਲੱਗਦਾ ਆ, ਰਨਿੰਗ ਐਥਲੈਟਿਕਸ ਹੁੰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਫਿਜ਼ੀਕਲ ਫਿਟਨੈਸ ਜਿਹੜੀ ਅੱਛੀ ਤਰ੍ਹਾਂ ਭਾਂਪ ਕੇ ਜਿਹੜਾ ਉਹ ਕਾਂਸਟੇਬਲ ਲੈਵਲ ਦੇ ਅਧਿਕਾਰੀ ਹੋਣ, ਸਬ ਇੰਸਪੈਕਟਰ ਦੇ ਹੋਣ, ਏਐਸਆਈ ਹੋਣ। ਸੋ ਇਹ ਚੀਜ਼ ਹੈ ਇਹਦੇ ਵਿੱਚ। ਜਿਹੜੇ ਵਾਈਡਰ ਆਸਪੈਕਟ ਹੁੰਦੇ, ਉੱਪਰਲੀਆਂ ਪੋਸਟਾਂ ਹੁੰਦੀਆਂ, ਆਈਪੀਐਸ ਦੇ ਥਰੂ ਆਉਂਦੇ ਨੇ, ਉਹਦੇ ਵਿੱਚ ਆਈਕਿਊ ਲੈਵਲ ਜ਼ਿਆਦਾ ਵਧੇਰੇ ਹੁੰਦਾ। ਉਹਦੇ ਵਿੱਚ ਉਸ ਲੈਵਲ ਦੀ ਸਖਤ ਦੌੜ ਨਹੀਂ ਹੁੰਦੀ, ਸਖਤ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੁੰਦੀਆਂ। ਸੋ ਇਸ ਕਰਕੇ ਸਟੈਟਾ ਬਣਾਇਆ ਗਿਆ ਕਿ ਜਿਹੜਾ ਵੀ ਵਿਅਕਤੀ ਸਾਡੇ ਦੇਸ਼ ਦਾ ਜਾਂ ਯੂਥ ਜਿਸ ਲੇਅਰ ਨੂੰ ਫਿੱਟ ਕਰਦਾ, ਜਿਸ ਦੇ ਵਿੱਚ ਆਪਣੇ ਆਈਕਿਊ ਨੂੰ ਫਿੱਟ ਕਰ ਪਾਉਂਦਾ, ਉਸ ਤਰ੍ਹਾਂ ਦਾ ਟੈਸਟ ਉਹ ਦੇ ਸਕੇ। ਸੋ ਇਸ ਕਰਕੇ ਇੱਕ ਪੈਟਰਨ ਬਣਿਆ ਜੀ ਸੰਜੀਵ ਜੀ, ਸਾਡੇ ਦੇਸ਼ ਦੇ ਵਿੱਚ, ਕਿ ਉਹ ਕਿਸੇ ਵੀ ਲੇਅਰ ਦੇ ਵਿੱਚ ਜੇ ਇੱਕ ਬੱਚਾ ਮੰਨ ਲਓ ਕਿ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਉਹਨੇ 12ਵੀਂ ਕੀਤੀ ਹੈ, ਤੇ ਕਾਂਸਟੇਬਲ ਭਰਤੀ ਹੋਣ ਲਈ ਘੱਟੋ ਘੱਟ ਉਹ ਅਪਲਾਈ ਕਰ ਸਕੇ, ਐਲੀਜੀਬਲ ਹੋਵੇ। ਤੇ ਜੇ ਉਹਦੇ ਲਈ ਮੰਨ ਲਓ ਕਿ ਸਾਰੇ ਐਮਬੀਏ ਆ ਜਾਣਗੇ, ਸਾਰੇ ਗ੍ਰੈਜੂਏਟ ਹੀ ਆ ਜਾਣਗੇ, ਤੇ ਫਿਰ ਜਿਹੜਾ ਕਾਂਸਟੇਬਲ ਲਈ ਐਲੀਜੀਬਲ ਹੈਗਾ, ਉਹ ਤਾਂ ਵਿਚਾਰੇ ਨੂੰ ਨੌਕਰੀ ਮਿਲ ਹੀ ਨਹੀਂ ਸਕੇਗੀ। ਸੋ ਇਸ ਕਰਕੇ ਇਹ ਲੇਅਰ ਬਣ ਗਈ, ਯੂਪੀਐਸਸੀ ਬਣ ਗਿਆ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਬਣ ਗਿਆ, ਜਿਹਦੇ ਲਈ ਸਿਵਲ ਸਰਵੈਂਟਸ ਜਿਹੜੇ ਆ ਉੱਪਰਲੇ ਲੈਵਲ ਦੇ ਅਧਿਕਾਰੀਆਂ ਦੀ ਚੋਣ ਹੁੰਦੀ ਹੈ। ਔਰ ਪੀਪੀਐਸਸੀ ਸਟੇਟਾਂ ਲਈ ਇਸ ਤਰ੍ਹਾਂ ਹੀ ਵੱਖੋ-ਵੱਖ ਸਟੇਟਾਂ ਲਈ ਬਣੀਆਂ ਸਰਵਿਸ ਕਮਿਸ਼ਨ, ਤੇ ਜਿਹੜੇ ਦੂਸਰੇ ਹੁੰਦੇ ਆ ਐਸਐਸਸੀ ਬੋਰਡ ਹੁੰਦੇ ਆ, ਥਰਡੇ ਲੈਵਲ ਦੇ ਅਧਿਕਾਰੀ ਹੁੰਦੇ ਆ, ਕਈ ਸਬ ਇੰਸਪੈਕਟਰ ਦੀਆਂ ਡਾਇਰੈਕਟ ਚੋਣਾਂ ਹੁੰਦੀਆਂ, ਫਿਜ਼ੀਕਲ ਟੈਸਟ ਉਹਨਾਂ ਨੇ ਦੇਣੇ ਹੁੰਦੇ ਆ। ਸੋ ਇਸ ਕਰਕੇ ਇਹ ਵੇਰੀਏਸ਼ਨ ਜਿਹੜਾ ਮੇਰਾ ਖਿਆਲ ਹੈ ਇਸ ਕਰਕੇ ਬਣਾਇਆ ਗਿਆ ਸਾਡੇ ਦੇਸ਼ ਦੇ ਵਿੱਚ, ਕਿ ਕਿਸੇ ਵੀ ਪੱਧਰ ਦੇ ਵਿਅਕਤੀ ਨੂੰ ਉਹਦੀ ਨੌਕਰੀ ਜਿਹੜੀ ਐਲੀਜੀਬਲ ਹੋਵੇ ਤੇ ਲੈ ਸਕੇ। ਯਾ, ਪਰ ਇਹਦਾ ਇੱਕ ਇਹ ਆਪਾਂ ਆਲਟਰਨੇਟਿਵ ਲੈ ਸਕਦੇ ਹਾਂ ਕਿ ਕੁਝ ਨਾ ਕੁਝ ਐਸਾ ਬੇਸਿਕ ਟ੍ਰੇਨਿੰਗ ਦਾ ਹੋਣਾ ਚਾਹੀਦਾ। ਐਗਜ਼ੈਕਟਲੀ ਕੁਆਲੀਫਿਕੇਸ਼ਨ ਦੇ ਮੁਤਾਬਿਕ, ਆਈਕਿਊ ਲੈਵਲ ਦੇ ਮੁਤਾਬਿਕ ਜ਼ਰੂਰ ਸਿਲੈਕਸ਼ਨ ਹੋਣੀ ਚਾਹੀਦੀ, ਪਰ ਇੱਕ ਖਾਸ ਤੌਰ ਤੇ ਇੱਕ ਇੱਦਾਂ ਦਾ ਕੋਈ ਟ੍ਰੇਨਿੰਗ ਦਾ, ਕੋਈ ਇੱਦਾਂ ਦਾ ਸਟ੍ਰੈਟਜੀ ਅਪਣਾਉਣੀ ਚਾਹੀਦੀ ਹੈ ਕਿ ਹਰ ਬੰਦੇ ਨੂੰ ਕੋਈ ਇੰਨੀ ਕੁ ਦੇਰ ਵਾਸਤੇ ਫੀਲਡ ਤੇ ਕੰਮ ਕਰਨਾ ਪਏਗਾ ਤਾਂ ਕਿ ਉਸ ਨੂੰ ਆਪਣੇ ਆਫਿਸ 'ਚ ਬਿਠਾਉਣ ਤੋਂ ਪਹਿਲਾਂ ਉਹਨੂੰ ਫੀਲਡ ਦਾ ਪਤਾ ਹੋਵੇ। 3 ਮੰਥਸ ਵਾਸਤੇ ਜਾਂ 6 ਮੰਥਸ ਵਾਸਤੇ ਕੋਈ ਇੱਦਾਂ ਦੀ ਜੌਬ ਦੇਣੀ ਚਾਹੀਦੀ ਹੈ ਤਾਂ ਕਿ ਉਹ ਪਬਲਿਕ ਨਾਲ ਡਾਇਰੈਕਟਲੀ ਇੰਟਰੈਕਸ਼ਨ ਕਰ ਸਕੇ। ਸੋ ਆਈ ਥਿੰਕ ਕਿ ਕੁਝ ਇੱਦਾਂ ਦਾ, ਕਿਉਂਕਿ ਹਜੇ ਵੀ ਅਸੀਂ ਅੰਗਰੇਜ਼ਾਂ ਦਾ ਪੈਟਰਨ ਫੋਲੋ ਕਰਦੇ ਹਾਂ। ਕੁਝ ਤਾਂ ਮਾਹਿਰ ਇਹ ਵੀ ਮੰਨਦੇ ਨੇ ਕਿ ਇਹ ਪੁਲਿਸ ਤਾਂ ਬਣਾਈ ਗਈ ਸੀ ਕਿਉਂਕਿ ਜਦੋਂ ਕ੍ਰਾਂਤੀਕਾਰੀ ਹੁੰਦੇ ਸੀ ਆਜ਼ਾਦੀ ਤੋਂ ਪਹਿਲਾਂ, ਤਾਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਦਾ ਲਾਠੀ ਚਾਰਜ ਕਰਨ ਵਾਸਤੇ, ਉਹਨਾਂ ਨੂੰ ਅਰੈਸਟ ਕਰਨ ਵਾਸਤੇ, ਇਸ ਕਰਕੇ ਪੁਲਿਸ ਦੀ ਸਥਾਪਨਾ ਹੋਈ ਸੀ। ਕਈ ਮਾਹਿਰ ਇਹ ਵੀ ਮੰਨਦੇ ਨੇ ਕਿ ਇਹਦੇ 'ਚ ਵੀ ਚੇਂਜਿਸ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਅੱਜ ਕੱਲ੍ਹ ਵੀ ਅਸੀਂ ਦੇਖਦੇ ਹਾਂ ਲਾਠੀ ਚਾਰਜਿਸ ਦੇਅਰ, ਹੋਰ ਵੀ ਤਰ੍ਹਾਂ ਦੇ ਤਸ਼ੱਦਦ ਪੁਲਿਸ ਕਰਦੀ ਹੈ। ਕਿਤੇ ਵੀ ਕੋਈ ਬੰਦਾ ਜਾਂਦਾ ਹੋਵੇ, ਉਹਨੂੰ ਕਾਲਰ ਤੋਂ ਫੜ ਕੇ ਮੂੰਹ 'ਤੇ ਪਹਿਲਾਂ ਤਾਂ 2 ਚਪੇੜਾਂ ਮਾਰਨਗੇ, ਫਿਰ ਪੁੱਛਣਗੇ ਤੂੰ ਕਿੱਧਰੋਂ ਆਏ ਸੀ ਤੇ ਕਿੱਧਰ ਨੂੰ ਜਾਣਾ ਹੈ। ਦਿਸ ਇਜ਼ ਨਾਟ ਦਾ ਐਟੀਟਿਊਡ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੁਲਿਸ ਦਾ ਐਟੀਟਿਊਡ, ਬਿਹੇਵੀਅਰ, ਇਹ ਚੇਂਜ ਕਰਨ ਵਾਸਤੇ ਟ੍ਰੇਨਿੰਗ ਦੇ ਵਿੱਚ ਕੋਈ ਇੱਦਾਂ ਦੀ ਗੱਲ ਹੋਣੀ ਚਾਹੀਦੀ ਹੈ ਜਿਹੜਾ ਸਾਨੂੰ ਅੰਗਰੇਜ਼ਾਂ ਦੇ ਪੈਟਰਨ ਤੋਂ ਵੱਖ ਕਰੇ, ਕਿਉਂਕਿ ਅਸੀਂ 75 ਸਾਲ ਹੋ ਗਏ ਨੇ ਆਜ਼ਾਦ ਹੋਏ ਨੂੰ ਸਾਨੂੰ। ਸੰਜੀਵ ਜੀ, ਤੁਸੀਂ ਇੰਪੋਰਟੈਂਟ ਗੱਲ ਕੀਤੀ ਆ। ਇਹੀ ਕਾਰਨ ਹੁੰਦਾ, ਦੇਖੋ ਜਦੋਂ ਥਾਣਿਆਂ ਵਿੱਚ ਆਮ ਲੋਕ ਜਾਂਦੇ ਨੇ, ਉਹਨਾਂ ਨੂੰ ਜੇ ਇਨਸਾਫ ਨਹੀਂ ਮਿਲਦਾ ਤੇ ਉਹ ਹਮੇਸ਼ਾ ਕਹਿਣਗੇ ਅਸੀਂ ਐਸਐਸਪੀ ਸਾਹਿਬ ਕੋ ਪੇਸ਼ ਹੋ ਜਾਣਾ ਜੀ, ਕਮਿਸ਼ਨਰ ਸਾਹਿਬ ਕੋ ਪੇਸ਼ ਹੋ ਜਾਣਾ, ਵੱਡੇ ਅਫਸਰਾਂ ਨੂੰ ਮਿਲਦੇ ਆ। ਦੇਖੋ ਸੰਜੀਵ ਜੀ, ਇਹੋ ਹੀ ਗੱਲ ਹੁੰਦੀ ਆ। ਟ੍ਰੇਨਿੰਗ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਬੇਸ਼ਨ ਹੁੰਦੀ ਆ, ਉਹਦੇ ਸਾਰੇ ਪ੍ਰਾਵਧਾਨ ਇਹਨਾਂ ਫੋਰਸਿਸ ਦੇ ਵਿੱਚ ਹੈਗੇ ਆ। ਜੇ ਮੰਨ ਲਓ ਕੋਈ ਯੂਪੀਐਸਸੀ ਥਰੂ ਸਿਲੈਕਟ ਹੋ ਕੇ ਆਇਆ, ਆਈਪੀਐਸ ਅਫਸਰ ਬਣ ਕੇ ਆਇਆ, ਜੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਦਾ ਹੈ ਤੇ ਟ੍ਰੇਨਿੰਗ ਤੋਂ ਬਾਅਦ ਕਿਸੇ ਸਟੇਟ ਦੇ ਵਿੱਚ ਜੇ ਉਹਨੂੰ ਕਾਡਰ ਮਿਲਦਾ ਹੈ, ਫਰਸੇ ਪੰਜਾਬ ਕਾਡਰ ਮਿਲ ਗਿਆ, ਉਸ ਤੋਂ ਬਾਅਦ ਉਸ ਆਈਪੀਐਸ ਅਧਿਕਾਰੀ ਨੂੰ ਥਾਣਿਆਂ ਦੇ ਵਿੱਚ ਕਈ ਮਹੀਨੇ ਲਗਾਇਆ ਜਾਂਦਾ। ਇੱਕ ਮੁਨਸ਼ੀ ਦੀ ਨਾਲ ਉਹਨੂੰ ਲਗਾਇਆ ਜਾਂਦਾ, ਇੰਸਪੈਕਟਰ ਦੇ, ਸਬ ਇੰਸਪੈਕਟਰ ਦੇ, ਏਐਸਆਈ ਦੇ ਨਾਲ ਲਗਾਇਆ ਜਾਂਦਾ ਤਾਂ ਕਿ ਉਹਨੂੰ ਦੱਸਿਆ ਜਾਵੇ ਕਿ ਇੱਥੇ ਕਿਸ ਲੈਵਲ ਦੇ, ਕਿਸ ਤਰੀਕੇ ਦੇ ਕੰਮ ਹੁੰਦੇ ਆ। ਚਾਹੇ ਉਹ ਆਈਪੀਐਸ ਅਫਸਰ ਹੁੰਦਾ, ਉਹਨੇ ਬਹੁਤ ਵੱਡੇ ਲੈਵਲ ਤੇ ਜਾਣਾ ਹੁੰਦਾ, ਪਰ ਸ਼ੁਰੂਆਤ ਉਹਦੀ ਇੱਕ ਆਮ ਥਾਣੇ ਤੋਂ ਹੀ ਕਰਾਈ ਜਾਂਦੀ ਹੈ। ਇਸੇ ਤਰੀਕੇ ਨਾਲ ਤਹਿਸੀਲਦਾਰਾਂ ਨੂੰ ਕਿਹਾ ਜਾਂਦਾ ਕਿ ਉਹ ਟ੍ਰੇਨ ਹੋ ਸਕਣ। ਫਿਰ ਦੇਖੋ, ਹਮੇਸ਼ਾ ਤੁਸੀਂ ਨੋਟਿਸ ਕਰੋ ਕਿ ਕਈ ਜਿਹੜੇ ਆ ਉਹ ਡੀਐਸਪੀ ਲੱਗੇ ਹੁੰਦੇ ਆ, ਏਸੀਪੀ ਰੈਂਕ ਦੇ ਅਫਸਰ ਹੁੰਦੇ ਆ, ਪਰ ਉਹਨਾਂ ਦੇ ਮੋਢੇ ਦੇ ਉੱਪਰ ਲਿਖਿਆ ਹੁੰਦਾ ਆਈਪੀਐਸ। ਉਹ ਇਹੀ ਕਾਰਨ ਹੈਗਾ ਕਿ ਪਹਿਲਾਂ ਉਹਨਾਂ ਨੂੰ ਸਭ ਤੋਂ ਥਰੜੀ ਪੋਸਟ ਤੇ ਬਿਠਾ ਕੇ ਟ੍ਰੇਨ ਕਰਾਇਆ ਜਾਂਦਾ, ਥਾਣਿਆਂ ਦੇ ਵਿੱਚ ਲਗਾਇਆ ਜਾਂਦਾ, ਕਈ ਵਾਰ ਆਈਪੀਐਸ ਅਧਿਕਾਰੀ ਨੂੰ ਐਸਐਚਓ ਲਗਾਇਆ ਜਾਂਦਾ ਕਿ ਉਹਨੂੰ ਉਹ ਦੇਖੇ ਕਿ ਮੈਂ ਕੰਮ ਕਿਵੇਂ ਕਰਨਾ, ਕਿਸ ਤਰ੍ਹਾਂ ਕੰਮ ਬੀਤ ਰਿਹਾ। ਕਈ ਯੰਗ ਬੱਚੇ ਜਿਹੜੇ ਸਿਲੈਕਟ ਹੋ ਕੇ ਆਉਂਦੇ ਆ, 25 ਸਾਲ ਦੇ, 27 ਸਾਲ ਦੇ, 30 ਸਾਲ ਦੇ, ਤੇ ਫਿਰ ਉਹ ਉੱਥੋਂ ਟ੍ਰੇਨਿੰਗ ਲੈਂਦੇ ਆ। ਫਿਰ ਉਸ ਤੋਂ ਬਾਅਦ ਉਹ ਡੀਐਸਪੀ ਤੋਂ ਬਾਅਦ ਫਿਰ ਐਸਪੀ ਬਣਦੇ ਆ, ਫਿਰ ਪ੍ਰੈਕਟਿਸ ਨਾਲ ਐਸਐਸਪੀ ਬਣਦੇ ਆ, ਫਿਰ ਵਧੇਰੇ ਰੈਂਕ ਕਰਦੇ ਆ। ਤੁਸੀਂ ਦੇਖੋ ਜਿਹੜੇ ਅਫਸਰ ਜਿਹੜੇ ਆ ਉਹ ਕਰਪਸ਼ਨ ਦੇ ਵਿੱਚ 1 ਕਰੋੜ ਦੀ ਫੜੇ ਗਏ ਆ, ਜਿਸ ਤੱਕ ਮੇਰਾ ਧਿਆਨ ਜਾਂਦਾ ਹੈ, ਇਹ ਅੰਮ੍ਰਿਤਸਰ ਦੇ ਵਿੱਚ ਆਸ਼ੀਸ਼ ਕਪੂਰ ਡੀਐਸਪੀ ਵੀ ਲੱਗੇ ਰਹੇ। ਸੋ ਇਸ ਕਰਕੇ ਅੱਜ ਏਆਈ ਇਹ ਗ੍ਰੈਜੂਅਲੀ ਸਟੈਪ ਆਊਟ ਕਰਦੇ ਗਏ ਪ੍ਰਮੋਸ਼ਨ ਹੁੰਦੀ ਗਈ,
ਤੇ ਫਿਰ ਇਨ ਦੀ ਐਂਡ ਫਿਰ ਵੱਡੀ ਰਿਸ਼ਵਤ ਲੈ ਕੇ ਆਪਣਾ ਮੂੰਹ ਕਾਲਾ ਕਰਾ ਲਿਆ। ਫਿਰ ਇਹ ਸਿੱਧਾ-ਸਿੱਧਾ ਸਮਝ ਆਉਂਦਾ ਹੈ, ਤੁਸੀਂ ਜ਼ਿਕਰ ਕਰ ਰਹੇ ਹੋ ਕਿ ਲੋਕਾਂ ਨਾਲ ਇਹਨਾਂ ਦਾ ਬਿਹੇਵੀਅਰ ਠੀਕ ਨਹੀਂ ਹੈਗਾ, ਅੰਗਰੇਜ਼ਾਂ ਵਾਲੀ ਪੁਲਿਸ ਆ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਲੋਕਾਂ ਨੂੰ ਮਾਰਿਆ ਕੁੱਟਿਆ ਜਾਂਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਪੁਲਿਸ ਨੂੰ ਦੇਖੋ, ਸਟੇਟ ਇੱਕ ਵੈਲਫੇਅਰ ਸਟੇਟ ਹੋਣੀ ਚਾਹੀਦੀ ਆ, ਲੋਕਾਂ ਦਾ ਭਲਾ ਹੋਣਾ ਚਾਹੀਦਾ, ਨਾ ਕਿ ਪੁਲਿਸ ਸਟੇਟ ਹੋਣੀ ਚਾਹੀਦੀ ਆ ਕਿ ਆਹ ਕੰਮ ਨਹੀਂ ਹੋਇਆ ਤੇ ਇਹਨੂੰ ਡੰਡੇ ਮਾਰੋ, ਇਹਨੂੰ ਕੁੱਟੋ, ਮਾਰੋ, ਸੱਟਾਂ ਮਾਰੋ, ਇਹਨੂੰ ਡਰਾਓ, ਇਹਨੂੰ ਧਮਕਾਓ। ਵੈਲਫੇਅਰ ਸਟੇਟ ਹੋਣੀ ਚਾਹੀਦੀ ਆ ਕਿ ਕੋਈ ਵੀ ਚੀਜ਼ ਦੇ ਵਿੱਚ ਜੇ ਕੋਈ ਗੱਲ ਹੋਵੇ ਤੇ ਉਹ ਭਲੇ ਦੀ ਕੀਤੀ ਜਾਵੇ, ਅੱਛੀ ਗੱਲ ਉਹਨੂੰ ਸਮਝਾਇਆ ਜਾਵੇ। ਪਰ ਸਾਡੀ ਪੁਲਿਸ ਦੇ ਵਿੱਚ ਅਸੀਂ ਦੇਖਿਆ ਕਿ ਲਾਠੀ ਚਾਰਜ ਕਰਨ ਨੂੰ ਸਭ ਤੋਂ ਪਹਿਲਾਂ ਸ਼ੇਰ ਹੁੰਦੇ ਆ। ਫਿਰ ਇੱਕ ਹੋਰ ਸੰਜੀਵ ਜੀ, ਮੈਂ ਤੁਹਾਨੂੰ ਗੱਲ ਦੱਸ ਦੇਵਾਂ, ਜਿਹੜੇ ਮਰਜ਼ੀ ਵੱਡੇ ਤੋਂ ਵੱਡੇ ਪੰਜਾਬ ਦੇ ਮੁੱਦੇ ਲੈ ਲਓ, ਚਾਹੇ ਬੇਅਦਬੀ ਦਾ ਮੁੱਦਾ ਹੋਵੇ, ਬਰਗਾੜੀ, ਕੋਟਕਪੂਰਾ ਫਾਇਰਿੰਗ ਮਾਮਲਾ, ਕਿਤੇ ਵੀ ਕੋਈ ਗੱਲ ਹੋਵੇ, ਅਲਟੀਮੇਟਲੀ ਕੀ ਹੁੰਦਾ ਕਿ ਪੁਲਿਸ ਫੋਰਸ ਹੀ ਜਾ ਕੇ ਅੱਗੇ ਹੁੰਦੀ ਆ। ਪੁਲਿਸ ਫੋਰਸ ਨੂੰ ਰੋਕਥਾਮ ਵੀ ਕਰਨੀ ਪੈਂਦੀ ਆ, ਭੀੜ ਨੂੰ ਹਟਾਉਣਾ ਵੀ ਪੈਂਦਾ ਤੇ ਇਨ ਦੀ ਐਂਡ ਕਾਰਵਾਈ ਵੀ ਪੁਲਿਸ ਫੋਰਸ ਦੇ ਉੱਤੇ ਹੀ ਹੋ ਜਾਂਦੀ। ਲੀਡਰ ਜੀ, ਫਿਰ ਐਸਕੇਪ ਕਰ ਜਾਂਦੇ, ਬਾਹਰ ਹੋ ਜਾਂਦੇ। ਜੇ ਕੋਈ ਐਗਜ਼ੈਕਟਲੀ। ਸਸਪੈਂਡ ਹੁੰਦਾ ਤੇ ਪੁਲਿਸ ਦਾ ਅਧਿਕਾਰੀ ਹੋ ਜਾਂਦਾ, ਲੀਡਰਾਂ ਨੂੰ ਤੇ ਕੋਈ ਸਸਪੈਂਡ ਨਹੀਂ ਕਰਦਾ। ਯਾ ਇਹ ਵੀ ਸੋਚਣ ਵਾਲੀ ਗੱਲ ਹੈ। ਸੋ ਇਹੀ ਕਾਰਨ ਬਣਦਾ ਹੈ ਕਿ ਇਹਨਾਂ ਦੀ ਤਰਬੀਅਤ, ਇਹਨਾਂ ਦੀ ਟ੍ਰੇਨਿੰਗ ਜਿਹੜੀ ਆ ਵੈਲ ਆਫ ਥੱਲੜੇ ਲੈਵਲ ਤੇ ਉਸ ਲੈਵਲ ਤੇ ਨਹੀਂ ਹੋਈ ਹੁੰਦੀ। ਇਹ ਲੋਕਾਂ ਨਾਲ ਅੱਛਾ ਬਿਹੇਵ ਉਹਨਾਂ ਨਹੀਂ ਕਰ ਪਾਉਂਦੇ। ਵੱਡੇ ਅਧਿਕਾਰੀ ਜਿਹੜੇ ਸੈਂਸੀਬਲੀ ਵਧੇਰੇ ਤੌਰ ਦੇ ਉੱਤੇ ਲੋਕਾਂ ਦੀ ਗੱਲ ਵੀ ਸੁਣਦੇ ਆ। ਸੋ ਇਸ ਕਰਕੇ ਸਮੇਂ ਸਿਰ ਸਮੇਂ ਦੀਆਂ ਸਰਕਾਰਾਂ ਨੂੰ ਵੀ ਇਹ ਜ਼ਰੂਰ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਪੁਲਿਸ ਅਫਸਰਾਂ ਨੂੰ ਜਿਹੜੇ ਲੋਅਰ ਲੈਵਲ ਦਾ ਸਟੇਟਾ ਹੈਗਾ ਉਹਨੂੰ ਟ੍ਰੇਨ ਕੀਤਾ ਜਾਵੇ ਕਿ ਲੋਕਾਂ ਨਾਲ ਬਿਹੇਵ ਕਿੱਦਾਂ ਕਰਨਾ, ਕਿੱਦਾਂ ਵੈਲਫੇਅਰ ਸਟੇਟ ਬਣਾਉਣੀ ਹੈ, ਕਿੱਦਾਂ ਲੋਕ ਭਲਾਈ ਦੇ ਕੰਮ ਕਰਨੇ ਆ, ਕਿੱਦਾਂ ਲੋਕਾਂ ਨੂੰ ਇੱਜ਼ਤ ਦੇ ਨਾਲ ਪੇਸ਼ ਹੋਣਾ, ਬਜਾਏ ਕਿ ਲੋਕਾਂ ਨੂੰ ਮਾਰਿਆ ਜਾਵੇ, ਡੰਡੇ ਮਾਰੇ ਜਾਣ, ਹਿਊਮਿਲੇਟ ਕੀਤਾ ਜਾਵੇ। ਨੋ ਡਾਊਟ ਐਪਰੀਸੀਏਸ਼ਨ ਬਣਦੀ ਹੈ ਪੰਜਾਬ ਪੁਲਿਸ ਦੀ, ਕਈ ਥਾਵਾਂ ਦੇ ਉੱਤੇ ਬੜੀ ਵਧੀਆ ਕਾਰਗੁਜ਼ਾਰੀ ਕੀਤੀ ਹੈ। ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਡਿਸਟਰਬੈਂਸ ਸੀ, ਬਹੁਤ ਪੁਰਾਣੇ ਸਮੇਂ ਦੀ ਗੱਲ ਮੈਂ ਕਰ ਰਿਹਾ, ਜਦੋਂ 90s ਦੇ ਦੌਰ ਦਾ ਸਾਰਾ ਆਪਾਂ ਜ਼ਿਕਰ ਕਰੀਏ ਤਾਂ ਇਸ ਸਾਰੀ ਡਿਸਟਰਬੈਂਸ ਨੂੰ ਠੀਕ ਕਰਨਾ ਪੰਜਾਬ ਪੁਲਿਸ ਨੇ ਕੀਤਾ। ਹੋਰ ਵੀ ਬਹੁਤ ਸਾਰੇ ਐਸੇ ਮੌਕੇ ਆਏ ਜਿੱਥੇ ਬੜੀ ਡੇਅਰਿੰਗ ਦਿਖਾਈ ਹੈ ਇਹਨਾਂ ਨੇ ਔਰ ਆਪਣੇ ਪੰਜਾਬ ਦੇ ਹਾਲਾਤ ਨੂੰ ਨਾਰਮਲ ਲੈ ਕੇ ਆਏ ਨੇ ਔਰ ਅੱਜ ਵੀ ਡੇਅਰਿੰਗ ਦਿਖਾਉਂਦੇ ਨੇ। ਔਰ ਫਿਲਹਾਲ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰਦੇ ਪਏ ਹਾਂ, ਬਟਾਲਾ ਦੇ ਵਿੱਚ ਇੱਕ ਗੈਂਗਸਟਰ ਨੂੰ ਇਹਨਾਂ ਨੇ ਘੇਰਾ ਪਾਇਆ ਹੋਇਆ, ਇਸ ਵਕਤ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਵੀ ਇੱਕ ਆਪਰੇਸ਼ਨ ਕਲੀਨ ਜੋ ਚਲਾਇਆ ਜਾ ਰਿਹਾ, ਇਹ ਵੀ ਪੰਜਾਬ ਪੁਲਿਸ ਹੀ ਚਲਾ ਰਹੀ ਹੈ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਵਾਸਤੇ, ਐਡਮਿਨਿਸਟ੍ਰੇਸ਼ਨ ਨੂੰ ਠੀਕ ਕਰਨ ਵਾਸਤੇ। ਤਮਾਮ ਗੱਲਾਂ ਐਪਰੀਸ਼ੀਏਟ ਕਰਨ ਵਾਲੀਆਂ ਨੇ। ਇੱਕ ਗੱਲ ਜਿਹੜੀ ਨੁਕਤੇ ਦੀ ਗੱਲ ਹੈ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਪੁਲਿਸ ਦੀ ਸਥਾਪਨਾ ਕ੍ਰਾਈਮ ਨੂੰ ਰੋਕਣ ਵਾਸਤੇ ਹੋਈ, ਪਰ ਜਦੋਂ ਕੋਈ ਆਫੀਸਰ ਸਹਿਬਾਨ ਐਂਟੀ ਕ੍ਰਾਈਮ ਹੋਣ ਦੀ ਬਜਾਏ ਖੁਦ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਜਾਣ, ਖੁਦ ਕ੍ਰਿਮੀਨਲਸ ਦੇ ਨਾਲ ਸ਼ੇਕ ਐਂਡ ਕਰ ਲੈਣ, ਦੈਨ ਵਾਟ, ਤਾਂ ਫਿਰ ਕੀ ਕੀਤਾ ਜਾਏ? ਇਹ ਵੀ ਬੜੀ ਮੰਦਭਾਗੀ ਗੱਲਾਂ ਹੈਗੀਆਂ। ਤੁਸੀਂ ਦੇਖ ਲਓ ਕਿ ਸੀਆਈ ਸਟਾਫ ਦੇ ਇੰਚਾਰਜ ਜਿਹੜੇ ਆ ਇੰਸਪੈਕਟਰ ਮਾਨਸਾ ਦੇ ਵਿੱਚ, ਉਹਨਾਂ ਦੇ ਦੋਸ਼ ਲੱਗੇ ਕਿ ਉਹਨਾਂ ਨੇ ਗੈਂਗਸਟਰ ਨੂੰ ਭਗੌੜਾ, ਉਹਨਾਂ ਨੂੰ ਭੱਜਣ ਦੇ ਵਿੱਚ ਉਹਦੀ ਮਦਦ ਕਰ ਦਿੱਤੀ। ਤੇ ਫਿਰ ਦੇਖੋ, ਕਾਨੂੰਨ ਆਪਣਾ ਕੰਮ ਕਰਦਾ, ਦੇਰ ਸਵੇਰ ਦੇਰ ਆ ਅੰਧੇਰ ਨਹੀਂ। ਦੇਖੋ, ਕਾਨੂੰਨ ਜਿਹੜਾ ਆ, ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਜੇ ਉਹਨੂੰ ਇੰਪਲੀਮੈਂਟ ਕੀਤਾ ਜਾਏ। ਫਿਰ ਉਹੀ ਇੱਕ ਅਫਸਰ ਦੇ ਤੌਰ ਦੇ ਉੱਤੇ ਬੰਦਾ ਵਿਚਰਦਾ ਸੀ, ਉਸੇ ਨੂੰ ਫੜ ਕੇ ਹਵਾਲਾ ਦੇ ਦਿੱਤਾ, ਪਰਚਾ ਕਰ ਦਿੱਤਾ, ਡਿਸਮਿਸ ਕਰ ਦਿੱਤਾ ਤੇ ਉਹਨੂੰ ਇੱਕ ਮੁਜਰਮਾਂ ਵਾਂਗ ਗੱਡੀ 'ਚ ਬਿਠਾ ਕੇ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ। ਸਮੇਂ-ਸਮੇਂ ਸਿਰ ਅਸੀਂ ਦੇਖਿਆ ਹੈ ਕਿ ਕਾਨੂੰਨ ਜਿਹੜਾ ਇਨਸਾਫ ਵਿੱਚ ਕਈ ਵਾਰੀ ਦੇਰੀ ਤਾਂ ਹੋ ਜਾਂਦੀ ਆ, ਪਰ ਬਹੁਤ ਸਾਰੇ ਕੇਸਿਸ ਵਿੱਚ ਇਨਸਾਫ ਮਿਲ ਵੀ ਜਾਂਦਾ। ਜਦੋਂ ਏਦਾਂ ਦੇ ਅਫਸਰ ਆਪ ਕ੍ਰਾਈਮ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਲੈਂਦੇ ਨੇ, ਉਹ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ, ਉਹ ਕਹਿੰਦੇ ਕਿ ਮਾੜਾ ਟਾਈਮ ਆਵੇ ਨਾ ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ। ਕਿ ਜਿਹੜੇ ਜੱਜ ਲੋਕਾਂ ਨੂੰ ਜਾ ਕੇ ਸਜ਼ਾਵਾਂ ਸੁਣਾਉਂਦੇ ਆ ਜਾਂ ਮਾਫ਼ ਕਰਦੇ ਆ, ਉਹਨਾਂ ਨੂੰ ਵੀ ਆਪਣੀਆਂ ਗੱਲਾਂ ਲਈ, ਦਲੀਲਾਂ ਲਈ ਵਕੀਲ ਕਰਨੇ ਪੈ ਜਾਂਦੇ। ਤੇ ਜੀ, ਇਸੇ ਕੇਸ ਦੇ ਵਿੱਚ ਬਹੁਤ ਜਗ੍ਹਾ ਤੁਸੀਂ ਦੇਖਿਆ ਹੋਊਗਾ ਕਿ ਪੁਲਿਸ ਮਹਿਕਮੇ ਦੇ ਬਹੁਤ ਸਾਰੇ ਅਫਸਰ ਜੇਲ੍ਹਾਂ ਦੇ ਵਿੱਚ ਗਏ। ਜੇ ਕਿਸੇ ਨੇ ਫੇਕ ਐਨਕਾਊਂਟਰ ਕੀਤਾ ਤਾਂ ਵੀ ਉਹਨਾਂ ਦੇ ਕੇਸ ਚੱਲਦੇ ਆ, ਚਾਹੇ ਡੀਜੀਪੀ ਸੈਣੀ ਤੋਂ ਲੈ ਕੇ ਬਹੁਤ ਸਾਰੇ ਏਦਾਂ ਦੇ ਅਫਸਰ ਹੈਗੇ ਆ। ਕੋਈ ਬਿਜ਼ਨਸ ਕੇਸਾਂ ਦੇ ਵਿੱਚ ਅੰਦਰ ਫੜਿਆ ਗਿਆ। ਜੀ, ਤੁਸੀਂ ਡਰੱਗ ਦੇ ਵਿੱਚ ਜਗਦੀਸ਼ ਭੋਲਾ, ਕਿੱਡਾ ਵੱਡਾ ਮਾਮਲਾ, ਉਹ ਇੱਕ ਡੀਐਸਪੀ ਸੀਗਾ ਪੰਜਾਬ ਪੁਲਿਸ ਦੇ ਵਿੱਚ ਔਰ ਅਰਜੁਨ ਅਵਾਡੀ ਸੀ, ਉਹ ਅੱਜ ਤੱਕ ਜੇਲ੍ਹ ਦੇ ਵਿੱਚ ਹੈਗਾ। ਇਸੇ ਤਰੀਕੇ ਨਾਲ ਮੈਂ ਮਾਨਸਾ ਦੀ ਤੁਹਾਨੂੰ ਐਗਜ਼ਾਮਪਲ ਦੇ ਦਿੱਤੀ ਆ। ਹਾਂ, ਜੇ ਕੋਈ ਏਦਾਂ ਦੇ ਕੇਸਾਂ ਦੇ ਵਿੱਚ ਸ਼ਾਮਲ ਹੁੰਦਾ ਹੈ, ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਤੇ ਉਸ ਦੇ ਨਾਲ ਉਸੇ ਤਰ੍ਹਾਂ ਦਾ ਹੀ ਸਲੂਕ ਕਰਨਾ ਚਾਹੀਦਾ, ਜਿਸ ਤਰ੍ਹਾਂ ਕਿਸੇ ਵੱਡੇ ਤੋਂ ਵੱਡੇ ਚੋਰ ਜਾਂ ਵੱਡੇ ਤੋਂ ਵੱਡੇ ਦੋਸ਼ੀ ਦੇ ਨਾਲ ਕੀਤਾ ਜਾਂਦਾ ਹੈ। ਉਸੇ ਵਕਤ ਹੀ ਇਹਨਾਂ ਨੂੰ ਪਨਿਸ਼ ਕਰਕੇ, ਡਿਸਮਿਸ ਕਰਕੇ ਜੇਲ੍ਹ ਦੇ ਵਿੱਚ ਭੇਜ ਦੇਣਾ ਚਾਹੀਦਾ। ਸੋ ਇਸ ਕਰਕੇ ਇੱਕਾ-ਦੁੱਕਾ ਚੌਕਾ ਕੇਸ ਤੇ ਸਾਡੇ ਸਾਹਮਣੇ ਆ ਜਾਂਦੇ ਨੇ। ਪਰ ਮੇਰਾ ਖਿਆਲ ਹੈ ਕਿ ਹਰ ਇੱਕ ਕੇਸ ਦੇ ਵਿੱਚ ਜਿੱਥੇ ਵੀ ਕਿਸੇ ਵੀ ਵਿਅਕਤੀ, ਚਾਹੇ ਉਹ ਕਿਸੇ ਵੀ ਅਹੁਦੇ ਦੇ ਉੱਤੇ ਹੋਵੇ, ਦੇਸ਼ ਦੇ ਵਿੱਚ ਕਾਨੂੰਨ ਜਿਹੜਾ ਉਹ ਸਮਾਨਤਾ ਸਾਨੂੰ ਦਿੰਦਾ ਹੈਗਾ। ਜੇ ਕਿਸੇ ਦੀ ਕੋਈ ਗਲਤੀ ਹੈਗੀ ਆ, ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਇਨਵੋਲਵ ਹੈਗਾ ਤੇ ਉਹਨੂੰ ਬਖਸ਼ਣਾ ਨਹੀਂ ਚਾਹੀਦਾ। ਲਾਅ ਆਫ ਦੀ ਲੈਂਡ ਜਿਹੜਾ ਉਹ ਇੰਪਲੀਮੈਂਟ ਹੋਣਾ ਚਾਹੀਦਾ। ਕਾਨੂੰਨ ਸਭ ਤੋਂ ਉੱਪਰ ਹੈਗਾ। ਜੋ ਕਾਨੂੰਨ ਕਹਿੰਦਾ ਉਹਦੇ ਤਹਿਤ ਹੀ ਸਾਰੀ ਕਾਰਵਾਈਆਂ
ਸਰੰਜਾਮ ਹੋਣੀਆਂ ਚਾਹੀਦੀਆਂ। ਬਹੁਤ ਬਹੁਤ ਸ਼ੁਕਰੀਆ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੀ ਖੋਜ ਸਾਡੇ ਨਾਲ ਸਾਂਝੀ ਕੀਤੀ, ਜੋ ਸਾਡੇ ਦਰਸ਼ਕਾਂ ਲਈ ਵੀ ਫਾਇਦੇਮੰਦ ਸਾਬਿਤ ਹੋਏਗੀ। ਥੈਂਕ ਯੂ ਵੈਰੀ ਮਚ ਸਰ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਹਮੇਸ਼ਾ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।